ਜੇ ਅਕਾਲੀ ਦਲ ਦੀ ਮਨਸ਼ਾ ਸਹੀ ਹੁੰਦੀ ਤੇ ਸੁਮੇਧ ਸਿੰਘ ਸੈਣੀ ਪੰਜਾਬ ਦਾ ਡੀਜੀਪੀ ਨਾ ਬਣਦਾ। ਸੁਮੇਧ ਸੈਣੀ ਨੂੰ ਸਰਕਾਰ ਨੇ ਜੇ ਇੰਟਰਿਮ ਦੇਣੀ ਸੀ, ਮੈਂ ਤਾਂ ਉਹਦੀ ਭੱਜਣ ਦੀ ਸਟੇਜ ਲਿਆ ਸਕਦਾ ਸੀ, ਉਹ ਲਿਆਤੀ। ਸਰਕਾਰ ਨੇ ਨਹੀਂ ਅਰੈਸਟ ਕੀਤਾ। ਜਦੋਂ ਸਿੱਖ ਜਥੇਬੰਦੀਆਂ ਨੇ ਉਹ ਬੰਦਿਆਂ ਦੇ ਨਾਂ ਦਿੱਤੇ ਸੀ ਕਿ ਸਾਨੂੰ ਇਹਨਾਂ ਤੇ ਖਦਸ਼ਾ ਹੈ, ਉਹ ਬੰਦੇ ਨੇ ਜਿਹੜੇ ਸਰਸੇ ਵਾਲੇ ਦੇ ਵਕੀਲ ਰਹੇ ਨੇ, ਉਸ ਦੇ ਕੇਸਾਂ ਦੇ ਵਿੱਚ ਉਹ ਪੁਆਇੰਟ ਹੁੰਦੇ ਰਹੇ ਨੇ ਤੇ ਅੱਜ ਉਹ ਸਰਕਾਰ ਦੇ ਏਜੀ ਨੇ। ਹੁਣ ਅੱਜ ਜੇ ਸਰਕਾਰ ਨੇ ਉਹਨਾਂ ਨੂੰ ਏਜੀ ਲਾਇਆ ਹੈ, ਉਹਦਾ ਜਵਾਬ ਤਾਂ ਸਰਕਾਰ ਦੇ ਸਕਦੀ ਹੈ, ਬਟ ਇੱਕ ਗੱਲ ਕਲੀਅਰ ਹੈ, ਉਹ ਪੇਸ਼ ਹੋ ਹੀ ਨਹੀਂ ਸਕਦੇ। ਸੇਮ ਕੇਸ ਦੇ ਵਿੱਚ ਦੂਸਰੇ ਪੱਖ ਦੇ ਤੁਸੀਂ ਵਕੀਲ ਨਹੀਂ ਬਣ ਸਕਦੇ। ਬਿਲਕੁਲ। ਫੀਸ ਤਾਂ ਤੁਸੀਂ ਵੀ ਜਾਣਦੇ ਹੋ, ਅਸੀਂ ਸਾਰੇ ਜਾਣਦੇ ਹਾਂ, ਕੁੰਵਰ ਵਿਜੇ ਪ੍ਰਤਾਪ ਜੀ ਨੇ ਵੀ ਕੀਤੀ ਸੀ। ਹਾਈ ਕੋਰਟ ਤੋਂ ਇੱਕ ਟੈਕਨੀਕਲ ਪੁਆਇੰਟ ਰੇਜ਼ ਕਰਕੇ ਸਟੇ ਲੈ ਕੇ ਸਰਕਾਰ ਨੇ ਸਟੇ ਨਹੀਂ ਵਿਕੇਟ ਕਰਵਾਇਆ। ਕਸਾਬ ਨੇ ਦੇ ਉੱਤੇ ਸੈਡੀਸ਼ਨ ਦਾ ਚਾਰਜ ਲੱਗਿਆ ਬੰਬੇ ਦੇ ਵਿੱਚ ਅਟੈਕ ਦੇ ਉੱਤੇ, ਉਹਨੂੰ ਵੀ ਸਰਕਾਰ ਨੇ ਵਕੀਲ ਪ੍ਰੋਵਾਈਡ ਕੀਤਾ ਕਿ ਬਿਨਾਂ ਵਕੀਲ ਪ੍ਰੋਵਾਈਡ ਕੀਤਿਆਂ ਕਿਸੇ ਦਾ ਕੇਸ ਨਹੀਂ ਕੋਰਟ ਦੇ ਵਿੱਚ ਡਿਫੈਂਡ ਕੀਤਾ। ਮੋਰਚੇ ਵਾਲੇ ਵੀ ਇਕੱਠੇ ਨਹੀਂ ਰਹੇ ਹੈਗੇ। ਪ੍ਰੈਸ਼ਰ ਦਾ ਤਾਂ ਪੈਂਦਾ ਜੇ ਸਾਰੇ ਇਕੱਠੇ ਹੁੰਦੇ, ਉਹ ਵੀ ਸਮੇਂ ਨਾਲ ਲੋਕ ਟੁੱਟਦੇ ਗਏ, ਵੱਖਰੇਵੇਂ ਪੈਦਾ ਹੁੰਦੇ ਗਏ। ਅਜਿਹਾ ਕਿਉਂ ਹੋਇਆ? ਇੱਕ ਮੋਰਚਾ 8 ਸਾਲ ਚੱਲ ਗਿਆ, ਇਹ ਵੀ ਬਹੁਤ ਵੱਡੀ ਗੱਲ ਹੈ। ਔਰ ਅਜੇ ਵੀ ਇਨਸਾਫ ਨਹੀਂ ਉਹਨਾਂ ਨੂੰ ਮਿਲ ਰਿਹਾ। ਇਹ ਇੱਕ ਖਤਰਨਾਕ ਸਾਈਨ ਹੈ ਕਿ ਸਰਕਾਰਾਂ ਨੇ ਅਜੇ ਵੀ ਉਸ ਚੀਜ਼ ਨੂੰ ਇੱਕ ਪੋਲੀਟੀਕਲ ਸਾਈਡ ਤੇ ਰੱਖਿਆ ਹੋਇਆ ਹੈ। ਦੇਖੋ, ਜਿੰਨਾ ਇਹ ਦੋਨੇ ਗੋਲੀकांड ਤੇ ਬੇਅਦਬੀ ਦਾ ਕੇਸ ਡਿਲੇ ਹੋਇਆ, ਤਾਂ ਇਹ ਸਿਰਫ ਰਾਜਨੀਤਿਕ ਪੋਲੀਟੀਕਲੀ ਵੈਂਡੇਟੇ ਕਰਕੇ ਜਿਹੜਾ ਡਿਲੇ ਹੋਇਆ। ਜੇ ਇਹਨੂੰ ਸਹੀ ਤਰੀਕੇ ਦੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਸੀ ਤਾਂ ਇਹ 1 ਜੂਨ 2015 ਨੂੰ ਜਦੋਂ ਉਹਨਾਂ ਨੇ ਕਹਿਤਾ ਕਿ ਅਸੀਂ ਲਾਤਾ ਪੋਸਟਰ, ਅਸੀਂ ਬੇਅਦਬੀ ਕਰਾਂਗੇ। ਸਤਿ ਸ਼੍ਰੀ ਅਕਾਲ। ਦਾ ਸਪੋਕਸਮੈਨ ਡਿਬੇਟ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਪੰਜਾਬ ਦੀ ਸਿਆਸੀ ਫਿਜ਼ਾ 'ਚ ਧਾਰਮਿਕ ਜਾਵੀਏ ਤੋਂ ਇੱਕ ਵਾਰ ਫਿਰ ਤੋਂ ਨਵੀਂ ਚਰਚਾ ਨੇ ਜਨਮ ਲਿਆ। ਮੁੱਦਾ ਬਰਗਾੜੀ ਬੇਅਦਬੀ ਕੇਸਾਂ ਦੀ ਫਾਈਨਲ ਰਿਪੋਰਟ ਸਬਮਿਟ ਹੋਣ ਤੋਂ ਬਾਅਦ ਟ੍ਰਾਇਲ ਜਿਹੜੇ ਆ ਪੰਜਾਬ ਤੋਂ ਬਾਅਦ ਕਰਨ ਦੀ ਜਿਹੜੀ ਸਿਫਾਰਿਸ਼ ਹੋਈ ਸੀ, ਉਸ ਤੋਂ ਬਾਅਦ ਇਸ ਪਟੀਸ਼ਨ ਤੋਂ ਬਾਅਦ ਜਦੋਂ ਇਹ ਹੁਣ ਆਦੇਸ਼ ਹੋ ਗਏ ਹੈ ਤਾਂ ਇਹਦੇ ਕੀ ਪ੍ਰਭਾਵ ਪੈਣਗੇ, ਇਸ ਨੂੰ ਲੈ ਕੇ ਜ਼ਰੂਰ ਗੱਲਬਾਤ ਕਰਾਂਗੇ। ਯਾਦ ਰਹੇ ਕਿ ਬਰਗਾੜੀ ਬੇਅਦਬੀ ਦੀ ਘਟਨਾ ਪੰਜਾਬ ਦੀ ਉਹ ਦੁੱਖ ਦੀ ਰਗ ਬਣ ਗਈ ਹੈ ਜਿਸ ਦਾ ਜ਼ਿਕਰ ਛੇੜਦਿਆਂ ਹਰ ਵਾਰ ਜਿਹੜੇ ਨਵੇਂ ਸਵਾਲ ਨੇ, ਕਈ ਪ੍ਰਕਾਰ ਦੇ ਤੌਖਲੇ ਹੈ, ਸੰਸੇ ਹੈ, ਉਹ ਜਨਮ ਲੈਂਦੇ ਆ। ਔਰ ਇਸ ਧਾਰਮਿਕ ਮੁੱਦੇ ਨੇ ਜਿੱਥੇ ਪੰਜਾਬ ਦੀ ਇੱਕ ਸਰਕਾਰ ਡੇਗ ਦਿੱਤੀ ਤੇ 2 ਸਰਕਾਰਾਂ ਬਣਾ ਦਿੱਤੀਆਂ, ਉਹਨਾਂ ਚੋਂ ਇੱਕ ਫੇਰ ਚਲੀ ਗਈ, ਪਰ ਸਰਕਾਰਾਂ ਇਨਸਾਫ ਦੇਣ 'ਚ ਹੁਣ ਤੱਕ ਨਾਕਾਮ ਰਹੀਆਂ। ਔਰ ਜਾਂਚ ਘੇਰਿਆਂ ਦੀ ਕਹਾਣੀ ਇਸ ਮੁੱਦੇ ਨੂੰ ਬੇਹੱਦ ਗੁੰਝਲਦਾਰ ਬਣਾ ਦਿੰਦੀ ਆ। ਬੇਅਦਬੀ ਦਾ ਮਾਮਲਾ ਬੁਰਜ ਜਵਾਹਰ ਸਿੰਘ ਵਾਲਾ ਤੋਂ 1 ਜੂਨ 2015 ਨੂੰ ਚੋਰੀ ਹੋਏ ਮਹਾਰਾਜ ਦੇ ਸਰੂਪ ਤੱਕ ਸੀਮਤ ਨਹੀਂ, ਜੋ ਕਿ 25 ਸਤੰਬਰ 2015 ਨੂੰ ਪਿੰਡ ਬਰਗਾੜੀ ਦੀਆਂ ਗਲੀਆਂ 'ਚ ਬੇਪਤ ਕੀਤਾ ਗਿਆ, ਉੱਥੋਂ ਤੱਕ ਸੀਮਤ ਨਹੀਂ। ਇਸ ਦਰਮਿਆਨ ਸਿੱਖ ਸੰਗਤ ਦੇ ਸਬਰ ਨੂੰ ਕਿੱਥੋਂ ਤੱਕ ਪਰਖਿਆ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਨ ਤੋਂ ਬਾਅਦ ਪਿੰਡ ਦੀਆਂ ਕੰਧਾਂ ਤੇ ਗਲੀਆਂ 'ਚ ਪੋਸਟਰ ਲਾਏ ਗਏ ਔਰ ਉਹਨਾਂ ਤੇ ਲਿਖਿਆ ਇੱਕ ਹਰਫ ਸੀਨਾ ਚੀਰਦਾ ਸੀ, ਸੀਨਾ ਵਿੰਨ ਕੇ ਰੱਖ ਰਿਹਾ ਸੀ। 2 ਜੂਨ 25 ਸਤੰਬਰ 12 ਅਕਤੂਬਰ ਇਹ ਤਰੀਕਾਂ 2015 ਦੀਆਂ ਨੇ ਜਦੋਂ FIR ਰਜਿਸਟਰਡ ਹੋਈਆਂ। ਔਰ ਇਸ ਤੋਂ ਬਾਅਦ ਅਕਾਲੀ ਭਾਜਪਾ ਸਰਕਾਰ ਨੇ ਕੇਸ 2 ਨਵੰਬਰ 2015 ਨੂੰ CBI ਹਵਾਲੇ ਕਰ ਦਿੱਤਾ ਤੇ 4 ਜੁਲਾਈ 2019 ਨੂੰ CBI ਨੇ ਆਪਣੀ ਕਲੋਜ਼ਰ ਰਿਪੋਰਟ ਵੀ ਸਬਮਿਟ ਕਰ ਦਿੱਤੀ। ਔਰ 16 ਮਈ 2021 ਨੂੰ 6 ਡੇਰਾ ਪ੍ਰੇਮੀ ਬਰਗਾੜੀ ਬੇਅਦਬੀ 'ਚ ਨਾਮਜ਼ਦ ਕੀਤੇ ਜਾਂਦੇ ਆ। ਔਰ ਇਸ ਦਾ ਨਾਤਾ ਬਲਾਤਕਾਰੀ ਸਾਧ ਦੀ ਫਿਲਮ ਜਿਹੜੀ MSG ਸੀ ਔਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਗਈ ਮੁਆਫੀ ਤੋਂ ਪਹਿਲਾਂ ਤੇ ਬਾਅਦ ਦੀਆਂ ਕੁਝ ਘਟਨਾਵਾਂ ਨਾਲ ਵੀ ਜੁੜਿਆ ਹੋਇਆ ਹੈ। ਬੇਅਦਬੀ ਦੇ ਰੋਸ ਵਜੋਂ 12 ਅਕਤੂਬਰ 2015 ਨੂੰ ਕੋਟਕਪੂਰਾ ਚੌਕ 'ਚ ਇਕੱਤਰ ਹੁੰਦੀਆਂ ਸਿੱਖ ਜਥੇਬੰਦੀਆਂ ਤੇ ਸਰਕਾਰੀ ਡਾਂਗ ਚੱਲਦੀ ਹੈ ਤੇ ਡਾਂਗ ਨਾਲ ਗੋਲੀ ਵੀ ਚੱਲਦੀ ਹੈ, ਜਿਸ ਅੰਦਰ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਹੋਰੀ ਫੌਤ ਹੋ ਜਾਂਦੇ ਆ। ਕਈ ਸਿੰਘ ਗੰਭੀਰ ਜ਼ਖਮੀ ਹੁੰਦੇ ਆ। ਅਖੀਰ ਜੁਲਾਈ 2022 ਨੂੰ ਪਰਮਾਰ ਹੋਰਾਂ ਦੀ ਅਗਵਾਈ ਵਾਲੀ 48 ਕਮੇਟੀ 467 ਸਫ਼ਿਆਂ ਦੀ ਜਾਂਚ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪਦੀ ਹੈ।
ਮੌਜੂਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸੰਤ ਸਮਾਜ ਦੇ ਹਵਾਲੇ ਇਸ ਨੂੰ ਕਰਦੇ ਆ ਔਰ ਪਰਮਾਰ ਹੋਣਾ ਦੀ ਸਿੱਟ ਅੰਦਰ ਰਾਜਸੀ ਜਿਹੜੀ ਸਾਜ਼ਿਸ਼ ਦੇ ਸੰਸੇ ਤੇ ਸ਼ੰਕੇ ਆ ਉਹਨਾਂ ਨੂੰ ਵਿਰਾਮ ਲਾਇਆ ਗਿਆ, ਨਕਾਰ ਦਿੱਤਾ ਗਿਆ ਔਰ ਬੇਅਦਬੀ ਦੀ ਘਟਨਾਵਾਂ ਦੀ ਕੜੀ ਨੂੰ ਕਾਤਲ ਸਾਧ ਦੀ ਫਿਲਮ ਜਾਰੀ ਨਾ ਹੋਣ ਕਾਰਨ ਪ੍ਰੇਮੀਆਂ 'ਚ ਪੈਦਾ ਹੋਈ ਨਾਰਾਜ਼ਗੀ ਨਾਲ ਵੀ ਜੁੜਦੀ ਹੈ ਤੇ ਹੁਣ ਮਾਮਲੇ ਨਾਲ ਸੰਬੰਧਿਤ 3 ਕੇਸਾਂ ਦੀ ਸੁਣਵਾਈ ਪੰਜਾਬ ਤੋਂ ਬਾਹਰਲੀ ਅਦਾਲਤ ਜਿਹੜੀ ਹੈ ਉਸ ਅੰਦਰ ਕਰਨ ਦੇ ਆਏ ਸੁਪਰੀਮ ਆਦੇਸ਼ ਤੋਂ ਬਾਅਦ ਚਰਚਾ ਇਹ ਛਿੜ ਗਈ ਹੈ ਕਿ ਇਹਨਾਂ ਦਾ ਅਸਰ ਕਿੱਥੋਂ ਤੱਕ ਹੋਵੇਗਾ, ਜਾਂਚ ਤੇ ਕਿੱਥੇ ਅਸਰ ਹੋਏਗਾ, ਗਵਾਹ ਸਬੂਤ ਸੌਦਾ ਸਾਧ ਦੀ ਪੈਰੋਲ ਤੇ ਕਿਵੇਂ ਪਵੇਗਾ ਔਰ ਮਾਹਰਾਂ ਦਾ ਮੰਨਣਾ ਹੈ ਕਿ ਇਸ ਤੋਂ ਪਹਿਲਾਂ ਜਿੰਨੇ ਵੀ ਕੇਸ ਪੰਜਾਬ ਤੋਂ ਬਾਹਰ ਗਏ ਆ ਲਗਭਗ ਸਾਰੇ ਪ੍ਰਭਾਵਿਤ ਹੋਏ ਆ। ਕਿਵੇਂ ਹੋਏ ਹੈ ਤੇ ਇਹ ਕਿਵੇਂ ਪ੍ਰਭਾਵਿਤ ਹੋਏਗਾ, ਗੱਲਬਾਤ ਕਰਨ ਲਈ ਸਾਡੇ ਕੋਲ ਇੱਕ ਪੈਨਲ ਜਿਨ੍ਹਾਂ ਨਾਲ ਅੱਜ ਗੱਲਬਾਤ ਕਰਾਂਗੇ। ਉਹਨਾਂ 'ਚ ਸੀਨੀਅਰ ਵਕੀਲ ਨੇ ਪ੍ਰਦੀਪ ਵਿਰਕ ਜੀ, ਜਨਾਬ ਤੁਹਾਡਾ ਇਸਤਕਬਾਲ ਹੈ ਇਸ ਚਰਚਾ 'ਚ। ਸੀਨੀਅਰ ਪੱਤਰਕਾਰ ਸੁਖਬੀਰ ਬਾਜਵਾ ਸਾਹਿਬ, ਜੀਓ ਆਇਆਂ ਨੂੰ ਬਾਜਵਾ ਸਾਹਿਬ। ਔਰ ਗੋਲੀकांड ਦੇ ਪੀੜਤ ਪਰਿਵਾਰ ਤੋਂ ਜਿਹੜੇ ਉਹਨਾਂ ਦੇ ਸਪੂਤ ਸੁਖਰਾਜ ਸਿੰਘ ਨੇ। ਸੁਖਰਾਜ ਜੀ ਤੁਹਾਡਾ ਵੀ ਨਿੱਘਾ ਸਵਾਗਤ ਹੈ ਇਸ ਚਰਚਾ 'ਚ। ਵਿਰਕ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਹਾਲਾਂਕਿ ਕੋਰਟ ਦੇ ਫੈਸਲੇ ਨੂੰ ਕੋਈ ਚੈਲੰਜ ਨਹੀਂ, ਕੋਈ ਉਹ 'ਤੇ ਸਵਾਲ ਨਹੀਂ, ਪਰ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਟਰਾਇਲ ਹੁਣ ਬਾਹਰ ਅਦਾਲਤਾਂ 'ਚ ਕਰਨ ਦੀ ਗੱਲ ਕੀਤੀ ਗਈ ਹੈ, ਇਹ ਕਿਹੋ ਜਿਹੇ ਪ੍ਰਭਾਵ ਕਿਸ ਤਰੀਕੇ ਦੇ ਕਿਵੇਂ ਪਾ ਸਕਦਾ? ਇਹਦੇ ਵਿੱਚ ਜੀ ਮੈਂ ਇਸ ਗੱਲ ਨੂੰ ਕਰਨ ਤੋਂ ਪਹਿਲਾਂ ਬੇਸ਼ੱਕ ਇੱਕ ਵੈਲਕਮ ਸਟੈਪ ਹੈਗਾ ਆਨਰੇਬਲ ਸੁਪਰੀਮ ਕੋਰਟ ਵੱਲੋਂ ਕਿ ਇਹ ਟਰਾਇਲ ਟ੍ਰਾਂਸਫਰ ਕਰਤੀ ਪੰਜਾਬ ਤੋਂ ਬਾਹਰ। ਇਹਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਇਹ ਦੇਖਣਾ ਹੋਊਗਾ ਕਿ ਕੀ ਕਾਰਨ ਕੋਰਟ ਨੇ ਕੰਸੀਡਰ ਕੀਤੇ। ਆਬਵੀਅਸ ਹੁੰਦਾ ਹੈ ਕਿ ਕਾਰਨ ਕੀ ਹੈ ਕਿ ਜੀ ਵਿਟਨੈਸਸ ਤੇ ਪ੍ਰੈਸ਼ਰ ਪਾਇਆ ਜਾਊਗਾ, ਜਿਹੜੇ ਗਵਾਹ ਨੇ ਮਤਲਬ ਉਹਨਾਂ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ, ਕੋਈ ਐਵੀਡੈਂਸ ਜਿਹੜੀ ਕੋਰਟ ਦੇ ਵਿੱਚ ਆਉਣੀ ਹੈ ਹੁਣ ਕੋਰਟ ਦੇ ਵਿੱਚ ਆਲਰੇਡੀ ਸਬਮਿਟ ਹੋ ਗਈ ਹੋਣੀ ਹੈ ਚਲਾਨ ਦੇ ਨਾਲ, ਉਹ ਐਵੀਡੈਂਸ ਨੂੰ ਕਿਤੇ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਮੇਨ ਤਾਂ ਲੇਕਿਨ ਇੱਥੇ ਐਵੀਡੈਂਸ ਤੋਂ ਜ਼ਿਆਦਾ ਵਿਟਨੈਸਸ ਦੇ ਹੋਸਟਾਈਲ ਹੋਣ ਦਾ ਜੀ, ਕਿਉਂਕਿ ਐਵੀਡੈਂਸ ਤਾਂ ਕੋਰਟ ਦੇ ਪੋਜੀਸ਼ਨ 'ਚ ਹੈ। ਹੁਣ ਉਹ ਡਿਸਟ੍ਰਿਕਟ ਕੋਰਟ ਪੰਜਾਬ ਦੇ ਵਿੱਚ ਕਿਤੇ ਪਈ ਹੈ ਜਾਂ ਚੰਡੀਗੜ੍ਹ ਦੇ ਵਿੱਚ ਪਈ ਹੈ, ਉਹਦਾ ਜ਼ਿਆਦਾ ਇੰਪੈਕਟ ਨਹੀਂ ਜਾਣਾ। ਜਿਹੜੀ ਪੁਲਿਸ ਨੇ ਰੱਖੀ ਹੋਈ ਹੈ ਮੌਕੇ ਤੇ ਪ੍ਰੋਡਿਊਸ ਕਰਨੀ ਹੈ, ਉਹ ਜਨਰਲੀ ਉਨੀ ਇੰਪੋਰਟੈਂਟ ਨਹੀਂ ਹੋਣੀ। ਇੱਥੇ ਵਿਟਨੈਸਸ ਦੀ ਗੱਲ ਹੁੰਦੀ ਹੈ ਜੀ। ਲੇਕਿਨ ਮੈਂ ਐਜ਼ ਅ ਲਾਇਰ ਫੀਲ ਕਰਦਾ ਕਿ ਕਿਸੇ ਵੀ ਕੇਸ ਦੇ ਵਿੱਚ ਸਪੈਸ਼ਲੀ ਜਿੱਥੇ ਇਹੋ ਜਿਹਾ ਇੱਕ ਇਨਫਲੂਐਂਸ਼ੀਅਲ ਕੇਸ ਹੁੰਦਾ ਹੈ, ਜਿੱਥੇ ਐਕਿਊਜ਼ਡ ਪਾਰਟੀ ਜਿਹੜੀ ਹੁੰਦੀ ਹੈ ਉਹਨਾਂ ਦੇ ਉੱਤੇ ਇਨਫਲੂਐਂਸ ਯੂਜ਼ ਕਰਨ ਦੀ ਔਰ ਕਿਸੇ ਵੀ ਹੱਦ ਤੱਕ ਚੀਜ਼ਾਂ ਨੂੰ ਮੈਨੀਪੂਲੇਟ ਕਰਨ ਦੀ ਔਰ ਪੋਲੀਟੀਕਲ ਬੈਕਿੰਗ ਦੇ ਐਲੀਗੇਸ਼ਨਸ ਲੱਗ ਰਹੇ ਹੁੰਦੇ ਹੈ, ਉਹੋ ਜਿਹੇ ਕੇਸਿਸ ਦੇ ਵਿੱਚ ਟਰਾਇਲ ਐਕਸਪੀਡਾਈਟ ਕਰਨਾ ਜ਼ਿਆਦਾ ਜ਼ਰੂਰੀ ਹੁੰਦਾ ਹੈ। ਜੇ ਸਰਕਾਰ ਨੇ ਕੁਝ ਚੀਜ਼ ਲਈ ਐਗਰੀ ਕਰਨਾ ਸੀ ਤੇ ਟਰਾਇਲ ਟ੍ਰਾਂਸਫਰ ਲਈ ਕੰਸੀਡ ਕਰਨ ਦੀ ਜਗ੍ਹਾ ਇਹਨਾਂ ਨੂੰ ਨਾਲ ਉਹਦੇ ਕਹਿਣਾ ਚਾਹੀਦਾ ਸੀ ਜੀ ਟਰਾਇਲ ਟ੍ਰਾਂਸਫਰ ਕਰ ਦਿਓ ਪਰ ਡੇ ਟੂ ਡੇ ਬੇਸਿਸ ਤੇ ਟਰਾਇਲ ਚਲਾਓ। ਬਿਕੋਜ਼ ਕੀ ਹੋਊਗਾ, ਹੁਣ ਤੁਸੀਂ ਦੇਖੋਗੇ ਜਿਹੜੇ ਅਕਿਊਜ਼ਡ ਹੈਗੇ ਆ ਇਹਨਾਂ ਵੱਲੋਂ ਟੌਪ ਲਾਇਰਸ ਆ ਕੇ, ਕਿਉਂਕਿ ਦੇਖੋ ਕੋਰਟ ਦੇ ਵਿੱਚ ਲੜਨਾ ਉਹਨਾਂ ਦਾ ਹੱਕ ਹੈ, ਉਹ ਕੋਰਟ ਦੇ ਵਿੱਚ ਲੜਨਗੇ, ਆਪਦਾ ਪੱਖ ਰੱਖਣਗੇ, ਕਮੀਆਂ ਪੇਸ਼ੀਆਂ ਕੱਢਣਗੇ। ਕਿਸੇ ਨਾ ਕਿਸੇ ਗਰਾਊਂਡ ਤੇ ਜੇ ਉਹਨਾਂ ਨੂੰ ਸਟੇ ਮਿਲ ਗਿਆ, ਕੋਈ ਨਾ ਕੋਈ ਕਮੀ ਹੋਈ ਇਨਵੈਸਟੀਗੇਸ਼ਨ ਦੇ ਵਿੱਚ, ਕੋਈ ਮੇਜਰ ਲੈਕੂਨਾ ਛੱਡਿਆ ਹੋਇਆ ਜਾਂ ਛੁੱਟ ਗਿਆ ਹੋਇਆ ਗਲਤੀ ਨਾਲ ਵੀ, ਤੇ ਉਹ ਲੈਕੂਨਾ ਦੇ ਉੱਤੇ ਜੇ ਸਟੇ ਮਿਲ ਗਿਆ ਤੇ ਟ੍ਰਾਇਲ ਡਿਲੇ ਹੋ ਜੂਗੀ, ਕਈ ਐਪਲੀਕੇਸ਼ਨਸ ਲੱਗਣਗੀਆਂ ਜਿਨ੍ਹਾਂ ਕਰਕੇ ਡਿਲੇ ਹੋ ਜੂਗੀ। ਤਾਂ ਇਸ ਕੇਸ ਦੇ ਵਿੱਚ ਮੈਂ ਫੀਲ ਕਰਦਾ ਇੱਕ ਵੈਲਕਮ ਸਟੈਪ ਹੈ, ਪਰ ਉਸ ਤੋਂ ਜ਼ਿਆਦਾ ਜ਼ਰੂਰੀ ਸੀ ਨਾਲ ਹੀ ਇਹ ਆਰਡਰ ਕਰਾਉਣਾ ਕਿ ਜੀ ਇਹਨੂੰ ਡੇ ਟੂ ਡੇ ਬੇਸਿਸ ਤੇ ਚਲਾਇਆ ਜਾਵੇ, ਕਿਉਂਕਿ ਇਸ ਕੇਸ ਨੂੰ 8 ਸਾਲ ਹੋ ਗਏ। ਦੋ ਗੱਲਾਂ ਨੇ ਵਕੀਲ ਸਾਹਿਬ, ਦੋ ਗੱਲਾਂ ਮਾਜ਼ਰਤ ਚਾਹੁੰਦਾ ਤੁਹਾਨੂੰ ਦਰਮਿਆਨ ਰੋਕ ਰਿਹਾ। ਇੱਕ ਤਾਂ ਪਹਿਲਾਂ ਹੀ ਡਿਲੇ, ਤਾਂ ਹੁਣ ਹੋਰ ਕਿੰਨਾ ਡਿਲੇ ਹੋਏਗਾ, ਵੈਸੇ ਹੀ ਬਹੁਤ ਜ਼ਿਆਦਾ ਡਿਲੇ ਆ। ਦੂਸਰੀ ਗੱਲ ਇਹ ਆ ਕਿ ਬਾਹਰ ਸ਼ਿਫਟ ਕਰਨ ਦੀ ਨੌਬਤ ਕਿਉਂ ਆਈ, ਇਸ ਨੂੰ ਜ਼ਰੂਰ ਆਪਣੇ ਦਰਸ਼ਕਾਂ ਤੱਕ ਅਸੀਂ ਸਮਝਾਉਣਾ ਚਾਹਾਂਗੇ। ਨੌਬਤ ਉਦੋਂ ਆਉਂਦੀ ਹੈ ਜੀ ਜਦੋਂ ਲੋਕਲ ਵਿਟਨੈਸਸ ਦੇ ਉੱਤੇ ਪ੍ਰੈਸ਼ਰ ਪੈਣ ਦੇ ਚਾਂਸਸ ਹੁੰਦੇ ਆ। ਇਸ ਕੇਸ ਦੇ ਵਿੱਚ ਜਿਹੜੇ ਵਿਟਨੈਸ ਉਸ ਏਰੀਆ ਨੂੰ ਬਿਲੋਂਗ ਕਰਦੇ ਆ, ਮੇਰਾ ਨਹੀਂ ਖਿਆਲ ਜਿਹੜੇ ਵਿਟਨੈਸਸ ਨੇ ਇੰਨੀ ਦੇਰ ਤੋਂ ਇੱਕ ਸਟੈਂਡ ਲੈ ਰੱਖਿਆ ਹੈ, ਜਿਨ੍ਹਾਂ ਨੇ ਇੰਨੀ ਇੱਕ ਲੜਾਈ ਲੜੀ ਹੈ। ਮੈਂ ਤਾਂ ਦੇਖੋ ਕਮਰੇ 'ਚ ਬੈਠ ਕੇ ਬੋਲ ਰਿਹਾ, ਬਿਲਕੁਲ ਰਾਜ ਜੀ ਦੇ ਨਾਲ ਜਿਹੜੇ ਲੋਕ ਬੈਠੇ ਨੇ ਉਹ ਇਸ ਚੀਜ਼ ਦੀ ਜਿਉਂਦੀ ਜਾਗਦੀ ਐਗਜ਼ਾਮਪਲ ਨੇ ਕਿ ਕਿਸ ਤਰ੍ਹਾਂ ਇੱਕ ਮੋਰਚਾ ਚੱਲਿਆ ਇਸ ਚੀਜ਼ ਦੇ ਵਿੱਚ ਇਨਸਾਫ ਲੈਣ ਲਈ। ਹੁਣ ਮੇਰਾ ਨਹੀਂ ਖਿਆਲ ਉਹਨਾਂ ਚੋਂ ਕਿਸੇ ਦੇ ਡਰ ਕੇ ਪਿੱਛੇ ਹਟਣ ਦਾ ਚਾਂਸ ਵੀ ਬਣਦਾ। ਉਹ ਤਾਂ ਰਾਦਰ ਧਮਕਾਏ ਜਾਣਗੇ ਤੇ ਉਹਨਾਂ ਨੇ ਨਵੀਆਂ ਕੰਪਲੇਂਟਸ ਦੇ ਦੇਣੀਆਂ, ਪਰ ਫਿਰ ਵੀ ਤਾਂ ਕਿ ਇਨਸਾਫ ਕਰਨ ਦੇ ਵਿੱਚ ਕੋਈ ਅੜਚਨ ਨਾ ਆਵੇ, ਉਸ ਚੀਜ਼ ਨੂੰ ਸਮੂਥਲੀ ਫੰਕਸ਼ਨ ਕਰਨ ਦੇਣ ਲਈ ਉਹਨਾਂ ਨੇ ਟ੍ਰਾਂਸਫਰ ਕਰਤਾ। ਦੂਜੀ ਗੱਲ, ਕਈ ਵਾਰੀ ਅਕਿਊਜ਼ਡ ਹੀ ਕਹਿ ਰਹੇ ਹੁੰਦੇ ਆ, ਇਸ ਕੇਸ ਦੇ ਵਿੱਚ ਅਕਿਊਜ਼ਡ ਨੇ ਇੱਕ ਪਲੀ ਲਈ ਹੈ ਕਿ ਜੀ ਸਾਨੂੰ ਖਤਰਾ ਹੈ, ਕਿਉਂਕਿ ਅਕਿਊਜ਼ ਨੂੰ ਕੋਰਟ ਦੇ ਵਿੱਚ ਪ੍ਰੋਡਿਊਸ ਕਰਨਾ ਹੈ ਜਾਂ ਅਕਿਊਜ਼ ਨੂੰ ਵੀਡੀਓ ਕਾਨਫਰੰਸਿੰਗ ਦੇ ਥਰੂ ਕਰ ਰਹੇ ਆ। ਕਈ ਵਾਰੀ ਉਹ ਕਹਿੰਦੇ ਕਿ ਕ੍ਰਾਸ ਐਗਜ਼ਾਮੀਨੇਸ਼ਨ ਸਾਡੀ ਪ੍ਰੈਜ਼ੈਂਸ ਦੇ ਵਿੱਚ ਹੋਵੇ। ਉਹਨਾਂ ਚੀਜ਼ਾਂ ਦੇ ਕਾਰਨ ਜਿਹੜੇ ਅਕਿਊਜ਼ ਲੋਕ ਨੇ, ਜਦੋਂ ਉਹ ਆਪ ਚਾਹੁੰਦੇ ਆ ਟ੍ਰਾਂਸਫਰ ਔਰ ਕੋਰਟ ਨੂੰ ਵੀ ਲੱਗਦਾ ਹੈ ਕਿ ਇਹ ਥੋੜਾ ਜਿਹਾ ਸੈਂਸਿਟਿਵ ਮੁੱਦਾ ਹੈ ਕਿਉਂਕਿ ਪੋਲੀਟੀਕਲ ਐਂਡ ਰਿਲੀਜੀਅਸ ਸੈਂਟੀਮੈਂਟਸ ਮਿਕਸ ਹੋ ਗਏ ਹੈ, ਸਿਕਿਉਰਿਟੀ ਆਫ ਸਟੇਟ ਇਨਵੋਲਵ ਹੋ ਰਹੀ ਹੈ,
तो इन्हां चीज़ां करके वो ट्रांसफर ਲਈ ਮੰਨ ਗਏ ਤੇ ट्रांसफर ਦੇ ਨਾਲ ਮੇਰੇ ਖਿਆਲ ਨਾਲ ਉਸ ਚੀਜ਼ ਨੂੰ ਅੰਜਾਮ ਤੱਕ ਲਿਜਾਉਣ ਲਈ ਜੀ ਡੇ ਟੂ ਡੇ ਟ੍ਰਾਇਲ ਬਹੁਤ ਜ਼ਰੂਰੀ ਸੀ, ਜਿਹਦੇ ਅਜੇ ਕੋਈ ਆਰਡਰਸ ਨਹੀਂ। ਬਿਲਕੁਲ ਫਾਸਟ ਟਰੈਕ ਕੋਰਟ ਜਾਂ ਬਣਾ ਦਿੰਦੇ ਜਾਂ ਉਹਦੇ ਲਈ ਇੱਕ ਐਪਲੀਕੇਸ਼ਨ ਲਾਉਂਦੇ ਕਿ ਜੀ ਇਹ ਡੇ ਟੂ ਡੇ ਹੀਅਰਿੰਗ। ਬਿਲਕੁਲ ਬਿਲਕੁਲ। ਇੱਥੇ ਬਾਜਵਾ ਸਾਹਿਬ ਨੂੰ ਸ਼ਾਮਲ ਕਰਨਾ ਚਾਹੂੰਗਾ ਇਸ ਤੋਂ ਪਹਿਲਾਂ ਕਿ ਸੁਖਰਾਜ ਜੀ ਹੋਰਾਂ ਕੋਲ ਜਾਵਾਂ। ਬਾਜਵਾ ਸਾਹਿਬ, ਜਿਸ ਤਰੀਕੇ ਦੇ ਸਿਆਸੀ ਸਫਾ ਦੇ ਵਿੱਚ ਚਰਚੇ ਛਿੜੇ ਆ ਔਰ ਕਿਹਾ ਇਹ ਵੀ ਜਾ ਰਿਹਾ ਹੈ ਕਿ ਪੰਜਾਬ ਦੀ ਸਿਆਸਤ ਨੂੰ 2024 ਦੀ ਚੋਣਾਂ ਤੋਂ ਪਹਿਲਾਂ ਇਹ ਮਾਮਲਾ ਫਿਰ ਤੋਂ ਪ੍ਰਭਾਵਿਤ ਕਰ ਸਕਦਾ ਹੈ, ਜਿਵੇਂ ਪਿਛਲੀਆਂ 2 ਵਿਧਾਨ ਸਭਾ ਦੀ ਚੋਣਾਂ 'ਚ ਕੀਤਾ। ਕੀ ਅਜਿਹਾ ਕੁਝ ਲੱਗਦਾ ਹੈ? ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਇਹਨੂੰ ਬਾਹਰ ਇਸ ਤਰੀਕੇ ਦੇ ਨਾਲ ਪਹੁੰਚਾਉਣਾ, ਪਟੀਸ਼ਨਰਸ ਦੇ ਜ਼ਰੀਏ ਉੱਥੇ ਤੱਕ ਕੇਸ ਨੂੰ ਪਹੁੰਚਾਉਣਾ ਤੇ ਟਰਾਇਲ ਬਾਹਰ ਕਰਵਾਉਣੇ, ਕਿ ਇਹਦੇ ਪਿੱਛੇ ਕੋਈ ਗਿਣੀ ਮਿੱਥੀ ਸਾਜ਼ਿਸ਼ ਲੱਗਦੀ ਹੈ ਜਿਹੇ ਚਰਚੇ ਛਿੜੇ ਹੋਏ ਨੇ? ਦੇਖੋ, ਇਹ ਤਾਂ ਗੱਲ ਪੱਕਾ ਹੀ ਹੈਗਾ ਕਿ ਇਹ ਜਦੋਂ ਹੋਇਆ ਕਾਂਡ ਸਾਰਾ, ਜੋ ਇਹ ਘਟਨਾ ਵਾਪਰੀ ਜਿਹੜੀ ਵੀ ਸੀਗੀ, ਇਹਦੇ ਪਿੱਛੇ ਸ਼ੁਰੂ ਤੋਂ ਹੀ ਸਿਆਸਤ ਹੁੰਦੀ ਆ ਰਹੀ ਹੈ। ਸਿਆਸਤਦਾਨਾਂ ਨੇ ਜਿੱਥੇ ਜਿੱਥੇ ਹੋ ਸਕਿਆ ਇਹਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ। ਓਪੋਜੀਸ਼ਨ ਨੇ ਆਪਣਾ ਰੋਲ ਨਿਭਾਇਆ, ਦੂਜੇ ਨੇ ਆਪਣਾ ਨਿਭਾਇਆ, ਔਰ ਇੱਕ ਕਮਿਊਨਿਟੀ ਨੂੰ ਖਾਸ ਤੌਰ ਤੇ ਸਿੱਖ ਭਾਈਚਾਰੇ 'ਚ ਬੜਾ ਰੋਸ਼ ਆਇਆ ਇਸ ਗੱਲ ਦਾ ਆ ਕੇ। ਲੇਕਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਭ ਦਾ ਸਾਂਝਾ ਹੈਗਾ, ਉਹ ਸਭ ਦਾ ਹੈਗਾ, ਔਰ ਬਹੁਤ ਜ਼ਿਆਦਾ ਸਾਰੇ ਮਾਨ ਸਨਮਾਨ ਕਰਦੇ, ਸਾਰੇ ਧਰਮਾਂ ਦੇ ਮਾਨ ਸਨਮਾਨ ਕਰਦੇ ਆ। ਬਿਲਕੁਲ। ਉਹਨਾਂ ਨੂੰ ਬੇਅਦਬੀ ਨੂੰ ਲੈ ਕੇ ਉਹਨਾਂ ਨੂੰ ਬਹੁਤ ਦੁੱਖ ਪਹੁੰਚਿਆ, ਇਮੋਸ਼ਨਸ ਨੂੰ ਠੇਸ ਪਹੁੰਚੀ, ਹਤਾਸ਼ ਤੇ ਨਿਰਾਸ਼ ਹੋਏ। ਲੇਕਿਨ ਇਹਦੇ 'ਚ ਦੇਖਣ ਵਾਲੀ ਗੱਲ ਸੀਗੀ ਆ ਕੇ ਕਿ ਵੀ ਪੋਲੀਟੀਕਲ ਪਾਰਟੀਆਂ ਨੇ ਕੋਈ ਚੀਜ਼ ਦਾ ਹੱਲ ਦੱਸਣ ਦੀ ਬਜਾਏ ਆਰੋਪ ਪ੍ਰਤੀ ਆਰੋਪ ਲਗਾਏ, ਔਰ ਇੱਕੋ ਗੱਲ ਸੀ ਜਿਹਦੇ ਚਲਦੇ ਠੀਕ ਹੈ ਪੁਲਿਸ ਅਫਸਰਾਂ ਦਾ ਵਿੱਚ ਗੱਲ ਆਈ, ਬਾਕੀ ਆਏ, ਪਹਿਲਾਂ ਬੜਾ ਚੀਜ਼ਾਂ ਹੁੰਦੀਆਂ ਰਹੀਆਂ। ਲੇਕਿਨ ਇਹ ਕੇਸ ਸ਼ਿਫਟ ਜਿਹੜਾ ਮੇਰੇ ਖਿਆਲ ਪਹਿਲਾਂ ਹੀ ਬਾਹਰ ਹੋ ਜਾਣਾ ਚਾਹੀਦਾ ਸੀਗਾ, ਜੇਕਰ ਇਹ ਕਾਫੀ ਕੁਝ ਇਹ ਦਬਾਅ ਜਿਵੇਂ ਦੱਸਿਆ ਪ੍ਰਦੀਪ ਭਾਜੀ ਨੇ ਕਿ ਵੀ 8 ਸਾਲ ਤਾਂ ਪਹਿਲਾਂ ਕੇਸ ਨੂੰ ਹੋ ਗਏ, ਹੁਣ ਕਿੰਨਾ ਤੁਸੀਂ ਕਿੰਨਾ ਕੁ ਡਿਲੇ ਹੋ ਸਕਦਾ। ਲੇਕਿਨ ਇੱਕ ਗੱਲ ਪੱਕਾ, ਪਹਿਲੇ ਕੇਸ ਚਾਹੇ ਉਹ ਸ਼ਿਮਲੇ ਵਾਲਾ ਕੇਸ ਹੈ, ਕੋਈ ਇੱਧਰ ਹੈ, ਇਹ ਪਹਿਲਾਂ ਜਿਹੜੇ ਟ੍ਰਾਂਸਫਰ ਹੁੰਦੇ ਨੇ, ਹਾਂ ਇਹ ਗੱਲ ਜ਼ਰੂਰ ਹੈ ਕਿ ਚੰਡੀਗੜ੍ਹ ਹੋਇਆ ਤੇ ਮੈਨੂੰ ਲੱਗਦਾ ਕਿ ਵੀ ਚੰਡੀਗੜ੍ਹ ਵੀ ਕਿੰਨਾ ਕੁ ਦੂਰ ਹੈ, ਕਿੰਨਾ ਕੁ ਪ੍ਰਭਾਵ ਹੋ ਸਕਦਾ। ਲੇਕਿਨ ਗੱਲ ਇਹਨਾਂ ਹੈ ਕਿ ਇਨਸਾਫ ਜਿਹੜਾ ਅਜੇ ਮਿਲਣਾ ਬਹੁਤ ਜ਼ਰੂਰੀ ਹੈ। ਬਿਲਕੁਲ ਇਹ ਗੱਲ ਸਹੀ ਹੈ ਕਿ ਡੇ ਟੂ ਡੇ ਇਹਦੀ ਹੀਅਰਿੰਗ ਹੋਣੀ ਬਹੁਤ ਜ਼ਰੂਰੀ ਹੈ, ਤਾਂ ਕਿ ਸਿਆਸਤਦਾਨ ਆਪਣੀ ਸਿਆਸਤ, ਜਿੰਨੀ ਕਿ ਤੁਸੀਂ ਹਰ ਤਰੀਕ ਤੇ ਪੋਲੀਟੀਕਲ ਸਟੇਟਮੈਂਟ ਆਉਂਦੀ ਹਰ ਤਰੀਕ ਤੇ, ਇਸ ਕਰਕੇ ਮੈਨੂੰ ਲੱਗਦਾ ਕਿ ਵੀ ਸਾਡੇ ਸਿਆਸਤਦਾਨਾਂ ਨੇ ਇਸ ਨੂੰ ਕੋਈ ਬਾਜਵਾ ਸਾਹਿਬ ਕਮਿੰਗ ਲੋਕ ਸਭਾ ਇਲੈਕਸ਼ਨ ਦੇ ਉੱਤੇ ਕੋਈ ਇਹਦਾ ਅਸਰ ਜਾਏਗਾ ਪੰਜਾਬ ਦੇ? ਬਿਲਕੁਲ। ਦੇਖੋ ਜੀ, ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜੇ ਆ ਚਲਾਨ ਪੇਸ਼ ਹੋਇਆ ਹੈ, ਚਲਾਨ ਪੇਸ਼ ਦੇ ਵਿੱਚ ਸਿੱਧਾ ਚਲਾਨ ਵਾਲਾ ਜੋ ਵੀ ਤਫਤੀਸ਼ ਹੋਈ ਹੈ, ਆਰੋਪੀ ਸਾਬਤ ਹੋਏ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਾਕੀ ਤਾਂ ਇਹ ਤੁਸੀਂ ਦੇਖੋ ਆ ਕੇ ਇਹ ਚਾਹੇ ਜਾਂਚ ਪੜਤਾਲ ਦੌਰਾਨ ਬਿਲਕੁਲ ਸਹੀ ਹੋਇਆ ਹੋਵੇ, ਜਿੱਦਾਂ ਮਰਜ਼ੀ, ਲੇਕਿਨ ਜਿਹੜਾ ਇਹਦੀ ਪੂਰਾ ਅਸਰ ਜਿਹੜਾ ਹੈ ਲੋਕ ਸਭਾ ਇਲੈਕਸ਼ਨ ਦੇ ਵਿੱਚ ਮੁੱਦਾ ਬਣੇਗਾ, ਔਰ ਅਹਿਮ ਮੁੱਦਾ ਬਣੇਗਾ, ਕਿਉਂਕਿ ਆਪਾਂ ਹਮੇਸ਼ਾ ਸੋਚਦੇ ਹਾਂ ਵੀ ਜਦੋਂ ਕੋਈ ਮਾਝਾ, ਮਾਲਵਾ, ਦੁਆਬਾ ਜਦੋਂ ਆਉਂਦਾ ਹੈ ਉਦੋਂ ਕਹਿੰਦੇ ਹੁੰਦੇ ਕਿ ਯਾਰ ਫਰੀਦਕੋਟ ਵਾਲੀ ਸੀਟ ਤੇ ਨਾ ਆ ਜਿਹੜਾ ਬੇਅਦਬੀ ਦਾ ਮਾਮਲਾ ਜੋ ਹੋਇਆ ਇਹਦਾ ਅਸਰ ਪਊਗਾ, ਇਸ ਉਮੀਦਵਾਰ ਨੂੰ ਇਦਾਂ ਹੋਏਗਾ, ਔਰ ਅਸਰ ਪੈਂਦਾ ਹੈ। ਔਰ ਮੈਨੂੰ ਲੱਗਦਾ ਹੈ ਕਿ ਉੱਥੇ ਉਮੀਦਵਾਰ ਦੀ ਚੋਣ ਵੀ ਇਹੋ ਜਿਹੀ ਕੀਤੀ ਜਾਂਦੀ, ਉਹਦੀ ਵੇਸ਼ਭੂਸ਼ਾ ਨੂੰ ਵੀ ਖਾਸ ਖਿਆਲ ਦੇ ਵਿੱਚ ਰੱਖਿਆ ਜਾਂਦਾ। ਬਿਲਕੁਲ ਜੀ, ਆ ਕੇ ਜਿੱਥੇ ਨਾਮ ਚੁਣੇ ਜਾਂਦੇ ਸੀ ਵੀ ਇੱਕ ਚਰਨਜੀਤ ਸਿੰਘ ਚੰਨੀ ਹੋਵੇ, ਚਰਨਜੀਤ ਤੇ 2-3 ਚੁਣ ਲਓ, ਏਦਾਂ ਹੋ ਜਾਂਦਾ ਸੀ ਆ ਕੇ। ਇਹਦੇ ਵਿੱਚ ਵੀ ਇਦਾਂ ਹੋਏਗਾ ਕਿ ਵੀ ਜਿਹੜਾ ਬਹੁਤ ਹੀ ਜਿੰਨੇ ਸੰਘਰਸ਼ ਕੀਤਾ ਹੋਏਗਾ ਕੋਈ ਨਾ ਕੋਈ ਤਰੀਕਾ ਨਾਲ, ਕੇ ਇਹ ਵੀ ਗੱਲ ਜ਼ਰੂਰ ਹੈ ਕਈ ਸੰਘਰਸ਼ ਦੇ ਵਿੱਚ ਆਉਂਦੇ ਇਸ ਕਰਕੇ ਹੈ ਕਿ ਸਿਆਸਤ ਖੇਡਣ ਵਾਸਤੇ, ਤਾਂ ਕਿ ਮੈਂ ਸਮੇਂ ਤੇ ਆ ਕੇ ਮੈਂ ਆਪਣੀ ਗੋਟੀਆਂ ਸੁੱਟ ਸਕਾਂ। ਹੁਣ ਇਹ ਵਕਤ ਦੱਸੇਗਾ ਕਿ ਤੁਹਾਡਾ ਸਵਾਲ ਵੀ ਬਹੁਤ ਵਧੀਆ ਸੀ, ਇਹ ਹੁਣ ਵਕਤ ਦੱਸੇਗਾ ਕਿ, ਲੇਕਿਨ ਇਹ ਗੱਲ ਜ਼ਰੂਰ ਹੈ ਇਹ ਜਿਹੜੀ ਹੈ ਇੱਕ ਬਾਕੀ ਮੁੱਦਿਆਂ 'ਚ ਇੱਕ ਵੀ ਮੁੱਦਾ ਹੋਏਗਾ।
ਬਿਲਕੁਲ, ਇਹ ਮੁੱਦਾ ਪੰਜਾਬ ਦੀ ਫਿਜ਼ਾ ਦੇ ਵਿੱਚ ਪਹਿਲੇ ਹੀ ਲੰਮੇ ਸਮੇਂ ਤੋਂ ਚੱਲ ਰਿਹਾ। ਸੁਖਰਾਜ ਜੀ ਤੋਂ ਜਾਣਨਾ ਚਾਹਾਂਗੇ, ਉਹਨਾਂ ਸਮਝਣਾ ਚਾਹਾਂਗੇ ਇਸ ਫੈਸਲੇ ਤੋਂ ਬਾਅਦ ਉਹਨਾਂ ਦੀ ਰੂਹ ਕੀ ਕਹਿ ਰਹੀ ਹੈ, ਕਿਹੋ ਜਿਹੇ ਸਵਾਲ ਉਹਨਾਂ ਦੇ ਮਨ 'ਚ ਪੈਦਾ ਹੋ ਰਹੇ ਆ, ਔਰ ਮੋਰਚੇ ਤੋਂ ਇਸ ਨੂੰ ਲੈ ਕੇ ਕਿਸ ਤਰੀਕੇ ਦਾ ਰੱਦ ਅਮਲ ਹੈ? ਨਹੀਂ ਦੇਖੋ, ਜੇ ਆਪਾਂ ਗੱਲ ਕਰੀਏ ਬਾਈ ਜੀ, ਪਹਿਲਾਂ ਕੇਸ ਜਿਹੜੇ ਪੰਜਾਬ ਤੋਂ ਬਾਹਰ ਟ੍ਰਾਂਸਫਰ ਹੋਏ ਆ ਉਹਨਾਂ ਤੇ ਕੀ ਇਫੈਕਟ ਪਏ ਆ। ਦੂਸਰੀ ਗੱਲ, ਇਹ 'ਚ ਕੋਈ ਦੋ ਰਾਹ ਨਹੀਂ, ਇਫੈਕਟ ਪਊਗਾ ਇਹਦੇ 'ਚ। ਇਹ ਅਸੀਂ ਕੰਪਲਸਰੀ ਕਹਿ ਸਕਦੇ ਹਾਂ, ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਜਿਹੜੇ ਬੰਦਿਆਂ ਨੂੰ ਅੱਜ ਜੇਲ੍ਹਾਂ 'ਚ ਬੰਦ ਹੋਣਾ ਚਾਹੀਦਾ ਸੀ ਲੰਮਾ ਸਮਾਂ ਬੇਅਦਬੀ ਦੇ ਉੱਤੇ, ਉਹ ਜੇਲ੍ਹਾਂ ਤੋਂ ਬਾਹਰ ਰਹੇ ਆ, ਉਹਨਾਂ ਨੂੰ ਸਜ਼ਾ ਨਹੀਂ ਹੋਈ ਆ, ਉਹਨਾਂ ਨੂੰ ਬੰਦ ਕਰਨ ਦੀ ਬਜਾਏ ਉਹਨਾਂ ਦੀਆਂ ਪਾਈਆਂ ਹੋਈਆਂ ਪਟੀਸ਼ਨਾਂ ਨੂੰ ਤਰਹੀਜ਼ ਦਿੱਤੀ ਗਈ ਆ। ਬਿਲਕੁਲ, ਉਹਨਾਂ ਨੂੰ ਉਹਨਾਂ ਦੀ ਸੁਣਵਾਈ ਕਰਕੇ ਪੰਜਾਬ ਤੋਂ ਬਾਹਰ ਲਿਆਂਦਾ ਗਿਆ, ਕਿਉਂਕਿ ਅਸੀਂ ਤਾਂ ਮੰਗ ਇਹ ਕਰੀ ਜਾਂਦੇ ਆ ਕਿ ਇਹਦੇ 'ਚ ਉਸ ਬਲਾਤਕਾਰੀ ਨੂੰ ਲਿਆਂਦਾ ਜਾਵੇ ਜਿਹੜਾ ਮੁੱਖ ਇਹਦਾ, ਉਹਦੇ ਤੇ ਕਾਰਵਾਈ ਹੋਣੀ ਚਾਹੀਦੀ, ਉਹਦੇ ਤੇ ਕੇਸ ਬਕਾਇਦਾ ਤੌਰ ਤੇ ਚੱਲਣ ਦੀ ਲੋੜ ਆ, ਫਾਸਟ ਟਰੈਕ ਤੇ ਚੱਲਣ ਦੀ ਲੋੜ ਆ। ਜਿਵੇਂ ਪ੍ਰਦੀਪ ਜੀ ਉਹਨਾਂ ਨੇ ਕਿਹਾ ਕਿ ਅੱਜ ਤਾਂ ਉਹਨਾਂ ਦੀ ਇਸ ਗੱਲ ਦੀ ਸੁਣਵਾਈ ਹੋਈ ਹੈ ਵੀ ਬਸ ਕੇਸ ਟ੍ਰਾਂਸਫਰ ਤੋਂ ਬਾਹਰ ਉਹਨਾਂ ਨੇ ਕਿਹਾ ਤੇ ਕਰਤਾ, ਪਰ ਜੇ ਨਾਲ ਇਹਦੇ ਇਹ ਚੀਜ਼ ਵੀ ਹੋ ਜਾਂਦੀ ਵੀ ਜੇ ਬਾਹਰ ਵੀ ਕਰਨਾ ਤਾਂ ਡੇ ਟੂ ਡੇ ਕਰ ਦਿੰਦੇ, ਤਾਂ ਇਹਦੇ ਨਾਲ ਕਿਤੇ ਨਾ ਕਿਤੇ ਲੋਕਾਂ 'ਚ ਵੀ ਸੈਟੀਸਫੈਕਸ਼ਨ ਇਸ ਗੱਲ ਦੀ ਹੋਣੀ ਸੀ ਤੇ ਚਲੋ ਹੋ ਸਕਦਾ ਵੀ ਇੱਥੇ ਤਾਂ 20 ਦਿਨਾਂ ਤੇ ਮਹੀਨੇ ਤੇ ਤਰੀਕ। ਸੁਖਰਾਜ ਜੀ, ਮੋਟੀ ਸਮਝ ਕੀ ਬਣਦੀ ਹੈ ਤੁਹਾਡੀ? ਕਾਫੀ ਲੰਮੇ ਸਮੇਂ ਤੋਂ ਤੁਸੀਂ ਸੰਘਰਸ਼ ਦੇ ਰਾਹ ਤੇ ਤੁਰੇ ਹੋਏ ਹੋ, ਕਿ ਮਾਮਲਾ ਸਿਰਫ ਤੇ ਸਿਰਫ ਸਿਆਸੀ ਸਫਾ ਦੀ ਸੁਰਖੀ ਬਣ ਕੇ ਰਹਿ ਗਿਆ? ਬਿਲਕੁਲ, ਦੇਖੋ ਜਿੰਨਾ ਇਹ ਦੋਨੇ ਗੋਲੀकांड ਤੇ ਬੇਅਦਬੀ ਦਾ ਕੇਸ ਡਿਲੇ ਹੋਇਆ ਤਾਂ ਇਹ ਸਿਰਫ ਰਾਜਨੀਤਿਕ ਪੋਲੀਟੀਕਲੀ ਵੈਂਡੇਟੇ ਕਰਕੇ ਜਿਹੜਾ ਡਿਲੇ ਹੋਇਆ। ਜੇ ਇਹਨੂੰ ਸਹੀ ਤਰੀਕੇ ਦੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਸੀ ਤਾਂ ਇਹ 1 ਜੂਨ 2015 ਨੂੰ ਜਦੋਂ ਸਿੱਖ ਜਥੇਬੰਦੀਆਂ ਨੇ ਉਹ ਬੰਦਿਆਂ ਦੇ ਨਾਂ ਦਿੱਤੇ ਸੀ ਕਿ ਸਾਨੂੰ ਇਹਨਾਂ ਤੇ ਖਦਸ਼ਾ ਹੈ, 1 ਜੂਨ 2015 ਤੋਂ ਬਾਅਦ ਚ 12 ਅਕਤੂਬਰ ਤੱਕ ਅੰਗ ਖਿਲਾਰਨ ਤੋਂ ਪਹਿਲਾਂ ਉਹ ਬੰਦੇ ਹੀ ਪਬਲਿਕ ਡੋਮੇਨ ਦੇ ਵਿੱਚ ਲੋਕਾਂ ਦੇ ਵਿੱਚ ਦੋਸ਼ੀ ਪਾਏ ਜਾ ਰਹੇ ਸੀਗੇ ਵੀ ਇਹ ਬੰਦਿਆਂ ਨੇ ਕੀਤਾ, ਸਾਨੂੰ ਇਹ ਤੇ ਸ਼ੱਕ ਆ। ਉਦੋਂ ਸਰਕਾਰਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਉਸ ਤੋਂ ਬਾਅਦ ਫਿਰ 8 ਸਾਲ ਅੱਜ ਬੀਤ ਚੁੱਕੇ ਆ। ਜੇ ਆਪਾਂ ਗੱਲ ਕਰੀਏ 15 ਤੋਂ ਲੈ ਕੇ 17 ਦੀ ਸਰਕਾਰ ਆ ਜਿਹੜੀ, ਉਹ ਤਾਂ ਇਸ ਪੋਲੀਟੀਕਲੀ ਧਿਰ ਚੋਂ ਬਾਹਰ ਹੀ ਹੋ ਗਈ ਆ। ਜਿਹੜੇ ਨੇ ਜਿਨ੍ਹਾਂ ਤੇ ਲੋਕਾਂ ਨੂੰ ਜ਼ਿਆਦਾ ਆਸ ਸੀ ਵੀ ਇਹ ਕਰ ਦੇਣਗੇ, ਜਿਨ੍ਹਾਂ ਦੇ ਰਾਜ 'ਚ ਹੋਇਆ, ਉਹ ਤਾਂ ਅੱਜ ਹੋਰ ਹੀ ਕੁਛ ਰੰਗ ਲੈ ਕੇ ਆ ਰਹੇ ਆ। 5 ਸਾਲ ਉਹ ਸਰਕਾਰ ਇਸ ਚੀਜ਼ ਤੇ ਰਹੀ ਜਿਹੜੇ ਕਹਿੰਦੇ 2 ਮਹੀਨਿਆਂ 'ਚ ਇਸ ਮਸਲੇ ਦਾ ਹੱਲ ਹੋਊਗਾ, ਕੈਪਟਨ ਅਮਰਿੰਦਰ ਸਿੰਘ ਜੀ। ਤੇ ਹੁਣ ਜਿਹੜੇ ਆਏ ਆ ਇਹਨਾਂ ਦੇ ਵਿੱਚ ਵੀ ਇੱਕ ਗੱਲ ਬਹੁਤ ਵੱਡੀ ਨਿਕਲ ਕੇ ਆਈ ਹੈ ਸਾਹਮਣੇ। ਮੇਰੇ ਤੋਂ ਚੰਗੀ ਤਰ੍ਹਾਂ ਜਾਣਦੇ ਨੇ ਪ੍ਰਦੀਪ ਸਿੰਘ ਜੀ, ਆਪਣੇ ਵਿੱਚ ਬੈਠੇ ਨੇ, ਸੀਨੀਅਰ ਐਡਵੋਕੇਟ ਵੀ ਨੇ, ਐਡਵੋਕੇਟ ਜਨਰਲ। ਅਸੀਂ ਪਹਿਲਾਂ ਵੀ ਇੱਥੋਂ ਕਿਹਾ ਸੀ ਵੀ ਉਹ ਬੰਦੇ ਨੇ ਜਿਹੜੇ ਸਰਸੇ ਵਾਲੇ ਦੇ ਵਕੀਲ ਰਹੇ ਨੇ, ਉਸ ਦੇ ਕੇਸਾਂ ਦੇ ਵਿੱਚ ਉਹ ਅਪਾਇੰਟ ਹੁੰਦੇ ਰਹੇ ਨੇ, ਤੇ ਅੱਜ ਉਹ ਸਰਕਾਰ ਦੇ ਏਜੀ ਨੇ। ਕਿਤੇ ਨਾ ਕਿਤੇ ਜੋ ਪਹਿਲਾਂ ਖਦਸ਼ੇ ਜਤਾਏ ਜਾ ਰਹੇ ਸੀ ਤੇ ਅੱਜ ਜਿਹੜੇ ਆਰਡਰ ਆਏ ਆ ਤੇ ਇਹਨਾਂ ਦੀ ਕਿਤੇ ਨਾ ਭੂਮਿਕਾ। ਸੁਖਰਾਜ ਜੀ, ਇਸ ਨੂੰ ਲੈ ਕੇ ਚਰਚਾ ਵੀ ਬਹੁਤ ਹੋਈ, ਇਸ ਨੂੰ ਲੈ ਕੇ ਟੀਕਾ ਟਿੱਪਣੀ ਬਹੁਤ ਹੋਈ ਹੈ, ਤੇ ਮੈਂ ਵਿਰਕ ਸਾਹਿਬ ਹੋਰਾਂ ਤੋਂ ਸਮਝਣਾ ਚਾਹੂੰਗਾ। ਵਿਰਕ ਸਾਹਿਬ, ਇਹ ਜਿਹੜੀ ਗੱਲ ਹੈ ਏਜੀ ਹੋਰਾਂ ਦੀ ਸਵਾਲ ਸੁਖਰਾਜ ਜੀ ਹੋਰਾਂ ਦੇ ਵੱਲੋਂ ਕੀਤਾ ਗਿਆ ਕਿ ਵਾਕਿਆ ਹੀ ਕਿਸੇ ਵਕੀਲ ਦੇ ਉੱਤੇ ਉਹਦੇ ਪੁਰਾਣੇ ਕੇਸਿਸ ਨੂੰ ਲੈ ਕੇ ਉਹਨੂੰ ਰਿਲੇਟ ਕਰਕੇ ਇਸ ਤਰੀਕੇ ਨਾਲ ਸ਼ੱਕ ਦੇ ਦਾਇਰੇ 'ਚ ਰੱਖਣਾ ਜਾਇਜ਼ ਹੈ ਜਾਂ ਨਹੀਂ? ਤੇ ਨਾਲ ਦੂਜਾ ਇੱਕ ਇਹ ਵੀ ਗੱਲ ਮੈਂ ਪੁੱਛਣਾ ਚਾਹੂੰਗਾ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਇਫੈਕਟ ਹੋਏਗਾ ਜਿਵੇਂ ਕੇਸ ਬਾਹਰ ਜਾਂਦੇ ਆ, ਹਾਲਾਂਕਿ ਬਾਜਵਾ ਸਾਹਿਬ ਦੀ ਇਹ ਤੇ ਰਾਏ ਵੱਖਰੀ ਸੀ, ਤੁਸੀਂ ਕੀ ਸੋਚਦੇ ਹੋ? ਸਰ, ਪਹਿਲੀ ਗੱਲ ਤਾਂ ਮੈਂ ਏਜੀ ਸਾਹਿਬ ਵਾਲੀ ਚੀਜ਼ ਕਲੈਰੀਫਾਈ ਕਰਾਂ ਜੀ। ਕੋਈ ਵੀ ਲਾਇਰ ਜਦੋਂ ਦੇਖੋ ਆਪਣੀ ਥਾਂ ਤੇ ਸੁਖਰਾਜ ਜੀ ਗਲਤ ਨਹੀਂ ਹੈ ਇਹੋ ਜੀ ਐਪਰੀਹੈਂਸ਼ਨ ਰੱਖਣ ਦੇ ਵਿੱਚ, ਲੇਕਿਨ ਮੰਨ ਲਓ ਸੁਖਰਾਜ ਜੀ ਨੇ ਵਕੀਲ ਕਰਨਾ ਹੈ ਕੋਈ ਅੰਗੇ, ਇਹ ਕਿਹਨੂੰ ਕਰਨਗੇ? ਕੋਈ ਨਾਮੀ ਵਕੀਲ। ਜੇ ਉਹ ਵਕੀਲ ਕਹਿ ਦਿੰਦਾ ਜੀ ਮੈਂ ਫੀਸ ਇੰਨੀ ਲੈਣੀ ਹੈ, ਫੀਸ ਦੇ ਸਕਦੇ, ਉਹਨੂੰ ਇੰਗੇਜ ਕਰ ਲੈਣਗੇ। ਜੇ ਨਹੀਂ ਦੇ ਸਕਦੇ, ਉਹ ਵਕੀਲ ਕਹਿ ਦੂਗਾ ਜੀ ਮੈਂ ਘੱਟ ਫੀਸ 'ਚ ਆ ਜਾਣਾ, ਉਹ ਆ ਜਾਊਗਾ, ਨਹੀਂ ਕੋਈ ਕੰਟਰੀਬਿਊਟ ਕਰ ਦੂਗਾ, ਜਾਂ ਇਹ ਕੋਈ ਹੋਰ ਵਕੀਲ ਕਰਨਗੇ। ਹੁਣ ਉਸੇ ਤਰ੍ਹਾਂ ਜੇ ਡੇਰੇ ਵੱਲੋਂ ਅੱਜ ਜੋ ਏਜੀ ਨੇ, ਉਸ ਵੇਲੇ ਉਹ ਇੱਕ ਸਿਰਫ ਸੀਨੀਅਰ ਐਡਵੋਕੇਟ ਸੀਗੇ, ਬਟ ਉਹਨਾਂ ਦੀ ਕੰਪੀਟੈਂਸ ਤੇ ਤਾਂ ਕੋਈ ਡਾਊਟ ਨਹੀਂ ਹੈ ਨਾ, ਕੰਪੀਟੈਂਟ ਲਾਇਰ ਸੀ। ਡੇਰੇ ਵੱਲੋਂ ਉਹਨਾਂ ਨੂੰ ਇੰਗੇਜ ਕੀਤਾ ਗਿਆ, ਫੀਸ ਦਿੱਤੀ ਗਈ, ਉਹ ਪੇਸ਼ ਹੋਏ, ਉਹ ਅਫੋਰਡ ਮਤਲਬ ਡੇਰੇ ਵੱਲੋਂ ਅਫੋਰਡ ਕੀਤੇ ਜਾ ਸਕਦੇ ਸੀ ਇੰਗੇਜ ਹੋਣੇ, ਉਹ ਇੰਗੇਜ ਹੋਏ। ਹੁਣ ਅੱਜ ਜੇ ਸਰਕਾਰ ਨੇ ਉਹਨਾਂ ਨੂੰ ਏਜੀ ਲਾਇਆ ਹੈ, ਉਹਦਾ ਜਵਾਬ ਤਾਂ ਸਰਕਾਰ ਦੇ ਸਕਦੀ ਹੈ, ਬਟ ਇੱਕ ਗੱਲ ਕਲੀਅਰ ਹੈ, ਉਹ ਪੇਸ਼ ਹੋ ਹੀ ਨਹੀਂ ਸਕਦੇ ਜੀ, ਉਹ ਪੇਸ਼ ਹੋ ਨਹੀਂ ਸਕਦੇ, ਪੇਸ਼ ਹੋਣਗੇ ਵੀ ਨਹੀਂ। तो उस चीज से सानू डिस्कस करन दी या चिंता करन दी कोई लोड़ ही नहीं। उस चीज से सुखराज जी नू भी मैं बेनती करांगा कि जे एडी साहब नहीं समझ आई तो समझ नहीं चाहते
ਸਰ ਜਿਵੇਂ ਮੰਨ ਲਓ ਅੱਜ ਮੈਂ ਤੁਹਾਡੇ ਕੇਸ ਦੇ ਵਿੱਚ ਐਗਜ਼ਾਮਪਲ ਲੈ ਰਿਹਾ, ਤੁਹਾਡੇ ਵੱਲੋਂ ਪੇਸ਼ ਹੋ ਜਾ, ਬਿਲਕੁਲ ਜੀ, ਤੇ ਕੱਲ ਨੂੰ ਮੈਂ ਸਰਕਾਰ ਵੱਲੋਂ ਪੇਸ਼ ਨਹੀਂ ਹੋ ਸਕਦਾ, ਬਿਕੋਜ਼ ਸਰਕਾਰ ਦਾ ਵਕੀਲ ਨਿਊਟਰਲ ਵਕੀਲ ਹੋਣਾ ਚਾਹੀਦਾ ਹੈ। ਸੇਮ ਕੇਸ ਦੇ ਵਿੱਚ ਦੂਸਰੇ ਪੱਖ ਦੇ ਤੁਸੀਂ ਵਕੀਲ ਨਹੀਂ ਬਣ ਸਕਦੇ। ਬਿਲਕੁਲ ਬਿਲਕੁਲ ਬਿਲਕੁਲ। ਹੁਣ ਕੀ ਹੈ ਇਸ ਕੇਸ ਦੇ ਵਿੱਚ, ਜੇ ਡੇਰੇ ਪ੍ਰੇਮੀ ਲਈ ਕਿਤੇ ਪੇਸ਼ ਹੋ ਗਏ ਸੀ ਏਜੀ ਸਾਹਿਬ, ਉਹ ਏਜੀ ਸਾਹਿਬ ਐਜ਼ ਐਡਵੋਕੇਟ ਜਨਰਲ ਪੇਸ਼ ਹੀ ਨਹੀਂ ਹੋਣਗੇ ਇਸ ਕੇਸ। ਪਰ ਇਹਦਾ ਇਹ ਮਤਲਬ ਨਹੀਂ ਕਿ ਕੋਈ ਵੀ ਹੋਰ ਸਪੈਸ਼ਲ ਵਕੀਲ ਨਹੀਂ ਇੰਗੇਜ ਹੋ ਸਕਦਾ, ਜਾਂ ਏਜੀ ਆਫਿਸ ਤੋਂ ਕੋਈ ਵਕੀਲ ਪੇਸ਼ ਨਹੀਂ ਹੋ ਸਕਦਾ, ਕੋਈ ਹੋਰ ਵਕੀਲ ਸਰਕਾਰ ਵੱਲੋਂ ਪੇਸ਼ ਹੋ ਸਕਦਾ ਹੈ। ਸਰਕਾਰ ਵੱਲੋਂ ਵੀ ਕਿਤੇ ਨਾ ਕਿਤੇ ਚ ਮਤਲਬ ਸਰ ਮੈਂ ਉਸੇ ਗੱਲ ਤੇ ਆ ਰਿਹਾ। ਦੂਜੀ ਗੱਲ ਹੈ ਜਿਹੜੀ ਸੁਖਰਾਜ ਜੀ ਤੁਹਾਡੇ ਕੰਮ ਦੀ ਹੈ, ਦੂਜੀ ਗੱਲ ਮੇਨ ਹੈ ਜਿਹੜੀ ਮੈਂ ਹੁਣ ਦੱਸਣ ਜਾ ਰਿਹਾ, ਜਿਹੜੀ ਬਿਲਕੁਲ ਗੱਲ ਤੁਸੀਂ ਹੁਣ ਸ਼ੁਰੂ ਕੀਤੀ ਹੈ। ਸਰਕਾਰ ਦੀ ਕੀ ਮਨਸ਼ਾ ਹੈ ਅਸੀਂ ਆ ਦੇਖਣੀ ਹੈ, ਸਰਕਾਰ ਕੀ ਕਰਨਾ ਚਾਹੁੰਦੀ ਹੈ ਅਸੀਂ ਆ ਦੇਖਣਾ ਹੈ। ਉਹਦਾ ਫੈਸਲਾ ਸਰਕਾਰ ਨੇ ਲੈਣਾ ਹੈ, ਐਡਵੋਕੇਟ ਜਨਰਲ ਨੇ ਨਹੀਂ। ਤਫਤੀਸ਼ ਤਾਂ ਤੁਸੀਂ ਵੀ ਜਾਣਦੇ ਹੋ, ਅਸੀਂ ਸਾਰੇ ਜਾਣਦੇ ਹਾਂ, ਕੁੰਵਰ ਵਿਜੇ ਪ੍ਰਤਾਪ ਜੀ ਨੇ ਵੀ ਕੀਤੀ ਸੀ। ਹਾਈ ਕੋਰਟ ਤੋਂ ਇੱਕ ਟੈਕਨੀਕਲ ਪੁਆਇੰਟ ਰੇਜ਼ ਕਰਕੇ ਸਟੇ ਲੈ ਕੇ ਸਰਕਾਰ ਨੇ ਸਟੇ ਨਹੀਂ ਵਿਕੇਟ ਕਰਵਾਇਆ। ਹੁਣ ਤੁਸੀਂ ਕੀ ਕਹੋਗੇ, ਜੇ ਉਸ ਵੇਲੇ ਦੀ ਸਰਕਾਰ ਸੀ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਜੇ ਕੈਪਟਨ ਅਮਰਿੰਦਰ ਸਿੰਘ ਜੀ ਆਪਦੇ ਏਜੀ ਦੀ ਜਗ੍ਹਾ ਦਿੱਲੀੋਂ ਵਕੀਲ ਲਿਆ ਰਹੀ ਸੀ, ਕਿਹਨੇ ਕਿਹਾ ਸੀ ਦਿੱਲੀੋਂ ਵਕੀਲ ਲਿਆਉਣ ਲਈ? ਫਿਰ ਐਡਵੋਕੇਟ ਜਨਰਲ ਕਿਉਂ ਰੱਖਿਆ? ਔਰ ਐਡਵੋਕੇਟ ਜਨਰਲ ਵੀ ਦਿੱਲੀ ਦਾ। ਚਲੋ ਐਡਵੋਕੇਟ ਜਨਰਲ ਆਪ ਨਹੀਂ ਪੇਸ਼ ਹੋਇਆ, ਦਿੱਲੀੋਂ ਵਕੀਲ ਪੇਸ਼ ਕਰਾਤੇ ਤਾਂ ਵੀ ਕੁਝ ਨਹੀਂ ਹੋ ਸਕਿਆ, ਸਟੇ ਚੱਲਦਾ ਰਿਹਾ। ਫਿਰ ਫਾਈਨਲੀ ਉਹ ਇਨਵੈਸਟੀਗੇਸ਼ਨ ਸਾਰੀ ਸੈਟ ਅਸਾਈਡ ਹੋ ਗਈ। ਮੈਨੂੰ ਅੱਜ ਟ੍ਰਾਇਲ ਟ੍ਰਾਂਸਫਰ ਦੀ ਚਿੰਤਾ ਨਹੀਂ ਹੈ। ਮੈਨੂੰ ਪਤਾ ਹੈ ਟ੍ਰਾਇਲ ਟ੍ਰਾਂਸਫਰ ਇੱਕ ਉਨੀ ਵੱਡੀ ਵਿਕਟਰੀ ਨਹੀਂ ਹੈ ਜਿੰਨੀ ਟ੍ਰਾਇਲ ਨੂੰ ਐਕਸਪੀਡਾਈਟ ਕਰਾਉਣਾ ਹੋਣੀ ਹੈ। ਇਸ ਟ੍ਰਾਇਲ ਨੂੰ ਡੇ ਟੂ ਡੇ ਕਰਾ ਕੇ ਇਹਨੂੰ ਅੰਜਾਮ ਤੱਕ ਲਿਜਾਉਣਾ ਤਾਂ ਜ਼ਰੂਰੀ ਹੈ, ਨਹੀਂ ਤਾਂ ਫਿਰ ਪਟੀਸ਼ਨਾਂ ਹੋਣਗੀਆਂ। ਦੇਖੋ ਕੋਰਟ ਦੇ ਵਿੱਚ ਲੜਨਾ ਉਹਨਾਂ ਦਾ ਲੀਗਲ ਹੱਕ ਹੈ, ਅਸੀਂ ਉਹਨਾਂ ਨੂੰ ਨਹੀਂ ਰੋਕ ਸਕਦੇ। ਮੈਂ ਕਿਤੇ ਐਗਜ਼ਾਮਪਲ ਦੇਵਾਂਗਾ, ਕਸਾਬ ਨੇ ਦੇ ਉੱਤੇ ਸੈਡੀਸ਼ਨ ਦਾ ਚਾਰਜ ਲੱਗਿਆ ਬੰਬੇ ਦੇ ਵਿੱਚ ਅਟੈਕ ਦੇ ਉੱਤੇ, ਉਹਨੂੰ ਵੀ ਸਰਕਾਰ ਨੇ ਵਕੀਲ ਪ੍ਰੋਵਾਈਡ ਕੀਤਾ ਕਿ ਬਿਨਾਂ ਵਕੀਲ ਪ੍ਰੋਵਾਈਡ ਕੀਤਿਆਂ ਕਿਸੇ ਦਾ ਕੇਸ ਨਹੀਂ ਕੋਰਟ ਦੇ ਵਿੱਚ ਡਿਫੈਂਡ ਕੀਤਾ ਜਾ ਸਕਦਾ। ਸਰਕਾਰ ਨੇ ਪ੍ਰੋਵਾਈਡ ਕੀਤਾ, ਇਹ ਸਮਝੋ ਕੰਪਲਸ਼ਨ ਹੁੰਦੀ ਹੈ। ਉਸੇ ਤਰ੍ਹਾਂ ਇੱਥੇ ਵੀ ਡੇ ਟੂ ਡੇ ਟ੍ਰਾਇਲ ਸਾਡੇ ਕੋਲ ਇੱਕੋ ਹੀ ਸੋਲੂਸ਼ਨ ਹੈ, ਨਹੀਂ ਤਾਂ ਇਹ ਫੇਰ ਕਿਤੇ ਕੋਰਟਸ ਦੇ ਵਿੱਚ ਰੁਲ ਜੂਗੀ ਚੀਜ਼ ਔਰ ਇਹ ਪੋਲੀਟੀਕਲ ਮੁੱਦਾ ਬਣ ਕੇ ਰਹਿ ਜਾਊਗਾ। ਕਿਉਂਕਿ ਜੇ ਮੁੱਦਾ ਸਟੇ ਹੁੰਦਾ ਹੈ ਔਰ ਇਹ ਕੰਟੀਨਿਊ ਹੁੰਦਾ ਹੈ ਤੇ ਸਰਕਾਰ ਕਹਿਣ ਜੋਗਰੀ ਹੈ ਦੇਖੋ ਜੀ ਅਸੀਂ ਤਾਂ ਜ਼ੋਰ ਲਾ ਰਹੇ ਹਾਂ, ਅਸੀਂ ਜ਼ੋਰ ਲਾ ਰਹੇ ਹਾਂ। ਦੋਵੇਂ ਪਾਰਟੀਆਂ ਨੂੰ ਖੁਸ਼ ਰੱਖ ਲਿਆ, ਤੁਹਾਨੂੰ ਖੁਸ਼ ਰੱਖ ਲਿਆ ਇਹ ਦਿਖਾ ਕੇ ਕਿ ਅਸੀਂ ਸ਼ੁਰੂਆਤ ਕਰਤੀ। I'm sorry to say that because ਇਹ ਸੱਚਾਈ ਹੈ, ਤੁਹਾਡੇ ਨਾਲ ਇਹ ਹੋਇਆ ਸਾਰਿਆਂ ਨਾਲ। ਜੇ ਇਨਵੈਸਟੀਗੇਸ਼ਨ ਨੂੰ ਪਹਿਲਾਂ ਡਿਫੈਂਡ ਕੀਤਾ ਹੁੰਦਾ ਹੁਣ ਤੱਕ ਟ੍ਰਾਇਲ ਹੋ ਕੇ ਸਜ਼ਾ ਹੋ ਗਈ ਹੁੰਦੀ। ਬਿਲਕੁਲ ਇਨਵੈਸਟੀਗੇਸ਼ਨ ਹੋਈਆਂ, ਉਹ ਸੈਟ ਅਸਾਈਡ ਹੋਈਆਂ, ਕੋਰਟ ਦੇ ਵਿੱਚ ਉਦੋਂ ਵੀ ਚਲਾਨ ਫਾਈਲ ਹੋਏ ਹੈ। ਹੁਣ ਟ੍ਰਾਇਲ ਟ੍ਰਾਂਸਫਰ ਜ਼ਰੂਰ ਹੋਗੀ, ਪਰ ਜ਼ਰੂਰਤ ਹੈ ਡੇ ਟੂ ਡੇ ਟ੍ਰਾਇਲ ਕਰਕੇ ਇਹਨੂੰ 6 ਮਹੀਨਿਆਂ ਦੇ ਵਿੱਚ ਕੰਕਲੂਡ ਕਰਨ। ਮੈਂ ਬਾਜਵਾ ਸਾਹਿਬ ਨੂੰ ਪੋਲੀਟੀਕਲ ਮੁੱਦਾ ਰਹੂਗਾ। ਬਿਲਕੁਲ ਹਾਂ, ਬਿਲਕੁਲ ਸਹੀ ਕਿਹਾ ਵਿਰਕ ਸਾਹਿਬ ਨੇ। ਹਾਂ, ਮੈਂ ਬਾਜਵਾ ਸਾਹਿਬ ਇਸ ਚੀਜ਼ ਨੂੰ ਵਧੀਆ ਮੈਨੂੰ ਲੱਗਦਾ ਐਲੈਬੋਰੇਟ ਕਰ ਸਕਦੇ। ਬਾਜਵਾ ਸਾਹਿਬ ਕੀ ਜਾਪਦਾ ਹੈ ਵੀ ਇਸ ਕੇਸ ਦੇ ਵਿੱਚੋਂ ਸਿਆਸੀ ਮਧਾਣੀ ਕਦੇ ਨਿਕਲੂਗੀ ਜਾਂ 84 ਵਾਂਗੂ 66 ਵਾਂਗੂ SYL ਵਾਂਗੂ ਸਦਾ ਲਈ ਪਈ ਰਹੂਗੀ? ਤਾਂ ਜਿਵੇਂ ਜਿਵੇਂ ਲੋਕਤੰਤਰ ਦੇ ਵਿੱਚ ਵੋਟ ਤੰਤਰ ਦੀ ਗੱਲ ਤੁਰਦੀ ਹੈ ਵੀ ਡੇਰੇ ਹਲੇ ਵੀ ਸ਼ਰਧਾ ਦੇ ਉੱਤੇ ਹਾਵੀ ਨੇ। ਦੇਖੋ ਜੀ, ਜਿਹੜੀ ਤਾਂ ਬੇਅਦਬੀ ਦਾ ਕਾਂਡ ਹੋਇਆ ਜਦੋਂ ਆ ਕੇ ਜੋ ਵੀ ਚੱਲਿਆ ਕਿ ਬੜਾ ਮਾੜਾ, ਇਹ ਮੇਰੇ ਆਪ ਦੇ ਇੱਕ ਜ਼ਿੰਦਗੀ ਦੇ ਵਿੱਚ ਇਹ ਪਹਿਲੀ ਵਾਰੀ ਉਹ ਸਭ ਦੀਆਂ ਦੇਖਿਆ ਕਿ ਪਹਿਲੀ ਵਾਰੀ ਹੋਇਆ ਹਰ ਇੱਕ ਦੇ ਸਾਹਮਣੇ ਕਿ ਜਿੱਦਾਂ ਲਗਾਤਾਰ ਬੇਅਦਬੀਆਂ ਗੁਰੂ ਸਾਹਿਬ ਦੇ ਅੰਗ ਜਿੱਦਾਂ ਪਾੜੇ ਗਏ, ਕਿੱਦਾਂ ਵੀ ਸਾਰਾ ਸੀਗਾ। ਤੇ ਉਹ ਜਿਹੜੀ ਚੀਜ਼ ਹੈ ਜੀ, ਇੱਕ ਇਹ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਦੇ 84 ਵਾਲੀ ਗੱਲ ਹੈ, ਇਹ ਜਿਹੜੀ ਬੇਅਦਬੀ ਹੈ ਜੀ, ਇਹਦਾ ਤੇ ਬਿਲਕੁਲ ਜ਼ਖਮ ਚਾਹੇ ਉਹ ਥੋੜੇ ਜਿਹੇ ਰਹਿਣ, ਹਰੇ ਜ਼ਰੂਰ ਰਹਿਣਗੇ ਔਰ ਹਮੇਸ਼ਾ ਹੀ ਸਿਆਸੀ ਮਧਾਣੀ ਵਾਂਗੂ ਵਾਕੇ ਰੇੜਕਾ ਵੱਜਦਾ ਰਹੇਗਾ। ਔਰ ਸਿਆਸਤਦਾਨ ਜਿਹੜੇ ਆ ਹਮੇਸ਼ਾ ਹੀ ਅਕਾਲੀ ਦਲ ਦੇ ਉੱਪਰ ਔਰ ਬਾਕੀ ਜੋ ਅਲੱਗ-ਅਲੱਗ ਧਿਰਾਂ ਦੇ ਉੱਪਰ ਐਲੀਗੇਸ਼ਨ ਲਗਾਉਂਦਾ ਰਹੇਗਾ। ਜਿਵੇਂ ਕਾਂਗਰਸ ਉੱਪਰ 84 ਦਾ ਮਿਸ਼ਨ ਲੱਗਦਾ ਹੁੰਦਾ ਹੈ, ਇਸ ਤਰ੍ਹਾਂ ਚੀਜ਼ਾਂ ਚੱਲਦੀਆਂ ਪਈਆਂ। ਇਹਨਾਂ ਦਾ ਹੀ ਮਤਲਬ ਕਿ ਉਹ ਰਹੂਗਾ ਕਿਉਂਕਿ ਹਾਲਾਤ ਦੇਖ ਲਏ ਨੇ। ਕਿਉਂਕਿ ਸਿਆਸਤ ਵੀ ਜਿਹੜੀ ਆ ਉਹ ਉਸ ਤਰੀਕੇ ਉਹ ਲੌਜਿਕ ਤੇ ਜਾਂ ਉਹਨਾਂ ਦੇ ਉੱਪਰ ਆਧਾਰ ਤੇ ਨਹੀਂ ਚੱਲਦੀ ਪਈ, ਇੱਕ ਬਿਆਨਬਾਜ਼ੀ ਤੇ ਹੋ ਰਹੀ ਹੈ। ਔਰ ਅੱਜ ਕੱਲ ਤੇ ਲੋਕੀ ਪੈਨ ਨਾਲ ਕਹਿੰਦੇ ਕਿ ਮੈਂ ਜਦੋਂ ਆਵਾਂਗਾ ਸਰਕਾਰ ਤੇ ਮੈਂ ਜੋ ਦਾਵਾ ਕਰ ਦਾਂਗਾ ਤੇ ਉਹ ਜੋ ਆਏਗਾ ਮੈਂ ਬਸ ਪੈਨ ਤੇ ਸਾਈਨ ਕਰਨੇ। ਹੁਣ ਬੜਾ ਫਰਕ ਪੈ ਗਿਆ ਜੀ। ਹੁਣ ਮੇਰੇ ਖਿਆਲ ਦੇ ਵਿੱਚ ਇੱਕ
ਤੁਸੀਂ ਨੋਟ ਕਰ ਲੈਣਾ ਜੀ, ਜਦੋਂ ਵੀ ਇਲੈਕਸ਼ਨ ਕਿਤੇ ਵਿਧਾਨ ਸਭਾ ਦੀ ਆ ਜਾਏ, ਲੋਕ ਸਭਾ ਦੀ ਆ ਜਾਏ, ਲੋਕ ਸਭਾ ਦਾ ਅੱਗੇ ਤੁਹਾਨੂੰ ਸਾਹਮਣੇ ਆ ਜਾਏਗਾ ਬਿਲਕੁਲ ਆ ਕੇ ਕਿਵੇਂ ਪਖਾਂਦੇ ਨੇ। ਆ ਜਿਹੜੀਆਂ ਚਲਾਨ ਪੇਸ਼ ਹੋਇਆ ਜੀ, ਇਹਦੇ ਉੱਪਰ ਹੀ ਪੂਰੀ ਸੱਤ ਖੇਡੀ ਜਾਏਗੀ ਸਿਆਸਤ ਪੂਰੀ, ਚਾਹੇ ਕਾਂਗਰਸ ਪਾਰਟੀ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਬੀਜੇਪੀ ਹੋਵੇ, ਹਰ ਇੱਕ ਦੇ ਕੋਲ ਆਪਣਾ ਆਪਣਾ ਤੱਥ ਹੈ ਔਰ ਉਹਨਾਂ ਨੇ ਪੂਰਾ ਕਰਨਾ ਜਾ ਕੇ। ਦੂਜੀ ਗੱਲ ਰਹੀ ਆ ਕਿ ਜਿਹੜੀਆਂ ਮੇਰੇ ਖਿਆਲ ਦੇ ਵਿੱਚ ਜਦੋਂ ਤੁਸੀਂ ਕਿਸੇ ਦੇ ਉੱਪਰ ਐਲੀਗੇਸ਼ਨ ਲਗਾਉਂਦੇ ਹੋ, ਇੱਕ ਹੁਣ ਥੋੜਾ ਹੋਣ ਲੱਗ ਗਿਆ ਕਿ ਵੀ ਜੇਲ੍ਹ 'ਚ ਸੁੱਟਣਾ, ਪਰਚਾ ਕੱਟਣਾ, ਅੰਦਰ ਭੇਜ ਦੇਣਾ, ਇਹ ਨਾ ਪਹਿਲਾਂ ਕਿਤੇ ਥੋੜਾ ਜਿਹਾ ਮੈਨੂੰ ਲੱਗਦਾ ਕਿ ਸ਼ਾਇਦ ਕਿਤੇ ਨਾ ਕਿਤੇ ਜਿਵੇਂ ਕਹਿੰਦੇ ਇਲਾਜ ਨਾਲ ਉੱਪਰੇ ਚੰਗਾ ਥੋੜਾ ਲੋਕੀ ਕਰਦੇ ਸੀ ਆ ਕੇ। ਹੁਣ ਨਹੀਂ ਹੈ, ਹੁਣ ਤਾਂ 1 ਮਿੰਟ ਲਾਉਂਦੇ ਨੇ ਪਰਚਾ ਕੱਟ ਕੇ ਜੇਲ੍ਹ ਭੇਜਣ ਨੂੰ ਆ ਕੇ, ਨਾਲ ਕਹਿੰਦੇ ਨੇ ਔਰ ਇਹ ਦੇਖਦੇ ਨੇ ਕਿ ਵੀ ਇਹ ਜਿਹੜਾ ਸੋਸ਼ਲ ਐਕਸਪੈਰੀਮੈਂਟ ਕਿ ਵੀ ਇਹਨੂੰ ਕਿੰਨਾ ਕੁ ਨੁਕਸਾਨ ਹੋਇਆ, ਡੈਮੇਜ ਹੋਇਆ, ਕਿੰਨਾ ਨਹੀਂ ਹੋਊਗਾ ਕਿ। ਇਸ ਕਰਕੇ ਮੈਨੂੰ ਲੱਗਦਾ ਕਿ ਵੀ ਇਹ ਜਿਹੜੇ ਆ ਮਧਾਣੀ ਤਾਂ ਰਹੇਗੀ ਆ ਕੇ। ਬਾਜਵਾ ਸਾਹਿਬ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ, ਜਿਸ ਗਵਰਨਮੈਂਟ ਦੇ ਰਜੀਮ ਅੰਦਰ ਇਹ ਸਾਰਾ ਕੁਝ ਵਾਪਰਿਆ ਔਰ ਉਹ ਪੰਥਕ ਧਿਰ ਜਿਹਦੀ ਜ਼ਿੰਮੇਵਾਰੀ, ਜਿਹਦੀ ਹੋਂਦ ਹੀ ਗੁਰੂ ਧਾਮਾਂ ਦੀ ਸਿਆਸੀ ਮਸਲਿਆਂ ਦੀ ਜਾਂ ਮਤਲਬ ਜਿਹੜੇ ਇਸ ਤਰੀਕੇ ਦੇ ਜਿਹੜੇ ਰਿਲੀਜੀਅਸ ਮੈਟਰ ਸੀਗੇ ਉਹਨਾਂ ਨੂੰ ਬਾਹਰੋਂ ਸੇਫ ਰੱਖਣ ਦੇ ਲਈ ਜਿਨ੍ਹਾਂ ਦੀ ਜਨਮ ਹੋਇਆ ਪਾਰਟੀ ਦਾ, ਉਹ ਪਾਰਟੀ ਦੇ ਕਾਰਜਕਾਲ ਦੇ ਵਿੱਚ ਇਹ ਚੀਜ਼ ਵਾਪਰਦੀ ਹੈ ਤੇ ਉਹਨਾਂ ਤੋਂ ਹੱਲ ਦਿੱਤਾ ਨਹੀਂ ਗਿਆ, ਜਾਂ ਮਨਸ਼ਾ ਨਹੀਂ ਸੀ, ਜਾਂ ਫਿਰ ਕੋਈ ਦਬਾਅ ਸੀ। ਔਰ ਇਸ ਤੋਂ ਬਾਅਦ ਹੁਣ ਜਿਸ ਹਾਸ਼ੀਏ ਤੱਕ ਅਕਾਲੀ ਦਲ ਪਹੁੰਚ ਗਿਆ ਕਿ ਇਹਦੇ ਅੰਜਾਮ ਅਕਾਲੀ ਦਲ ਨੂੰ ਅੱਗੇ ਹੋਰ ਵੀ ਭੁਗਤਣੇ ਪੈਣਗੇ। ਜੇ ਅਕਾਲੀ ਦਲ ਦੀ ਮਨਸ਼ਾ ਸਹੀ ਹੁੰਦੀ ਤੇ ਸੁਮੇਧ ਸਿੰਘ ਸੈਣੀ ਪੰਜਾਬ ਦਾ ਡੀਜੀਪੀ ਨਾ ਬਣਦਾ। ਬਿਲਕੁਲ, ਜੇਕਰ ਉਹ ਡੀਜੀਪੀ ਲੱਗ ਸਕਦਾ ਹੈ ਪੰਜਾਬ ਦਾ ਇੰਨੇ ਕ੍ਰਿਮੀਨਲ ਕੇਸਿਸ ਹੋਣ ਦੇ ਬਾਵਜੂਦ, ਜਾਂ ਥੋੜੀ ਮਾਫ ਕਰ ਮੈਂ ਅਲੱਗ-ਅਲੱਗ ਕੋਰਟ ਟ੍ਰਾਇਲ ਫੇਸਿਸ ਜਿਹੜੇ ਹੁੰਦੇ ਪਏ ਨੇ ਉਹਦਾ ਸਾਰੇ ਓਵਰਆਲ ਤਮਾਮ ਰੋਪ ਪ੍ਰਤੀਰੋਪ ਲੱਗਦੇ ਹੁਣ ਆ ਕੇ, ਔਰ ਵਿਵਾਦਾਂ 'ਚ ਘਿਰਿਆ ਹੋਵੇ ਆ ਕੇ। ਔਰ ਆਪਾਂ ਇਸ ਲਈ ਬਣਾਤਾ ਕਿ ਸਾਨੂੰ ਲੱਗਦਾ ਪਿਆ ਕਿ ਵੀ ਸ਼ਾਇਦ ਕਿਤੇ ਨਾ ਕਿਤੇ ਇਹ ਸਾਨੂੰ ਇੱਥੇ ਸੂਟ ਕੀਤਾ ਸੀ, ਇੱਥੇ ਕੀਤਾ ਸੀ, ਤੇ ਆਪਾਂ ਉਸ ਨੂੰ ਡੀਜੀਪੀ ਲਗਾਤਾ। ਔਰ ਭਾਰੀ ਵਿਰੋਧ ਦੇ ਬਾਵਜੂਦ ਔਰ ਸਾਰੀ ਪਾਰਟੀ ਇੱਕ ਪਾਸੇ ਤੇ ਜਿਹੜੇ ਪ੍ਰਧਾਨ ਸਾਹਿਬ ਜਿਹੜੇ ਇੱਕ ਪਾਸੇ ਸੀ ਕਿਦਾਂ ਕਰਕੇ ਆ। ਇਸ ਕਰਕੇ ਲੱਗਦਾ ਕਿ ਵੀ ਜੇਕਰ ਉਹ ਇਹ ਚਾਹੁੰਦੇ ਤਾਂ ਬਹੁਤ ਕੁਝ ਚੀਜ਼ਾਂ ਹੁੰਦੀਆਂ ਨੇ। ਠੀਕ ਹੈ, ਹੁਣ ਅਸੀਂ ਗੱਲਾਂ ਕਰਦੇ ਹਾਂ ਕਿ ਉਸ ਨੇ ਪੰਜਾਬ 'ਚ ਨਹੀਂ ਸੀਗੇ ਲੱਗਾ, ਲੇਕਿਨ ਲੇਕਿਨ ਮੈਨੂੰ ਲੱਗਦਾ ਕਿ ਵੀ ਆਪਾਂ ਘੱਟੋ ਘੱਟ ਜਿੱਦਾਂ ਜੋ ਫਿੰਸੀ ਦਾ ਅਲਸਰ ਨਹੀਂ ਸੀ ਬਣਨਾ, ਫਿੰਸੀ ਦਾ ਅਲਸਰ ਜਦੋਂ ਬਣਿਆ ਇਟ ਮੀਨਸ ਉਹ ਸਹੀ ਟਾਈਮ ਤੇ ਟ੍ਰੀਟਮੈਂਟ ਨਹੀਂ ਹੋਇਆ, ਔਰ ਟ੍ਰੀਟਮੈਂਟ ਨਾ ਹੋਣ ਕਰਕੇ ਉਹ ਅਲਸਰ ਬਣ ਗਈ। ਅਲਸਰ ਬਣ ਗਈ ਹੈ, ਹੁਣ ਇਹ ਟ੍ਰੀਟਮੈਂਟ ਕਰਨਾ ਚਾਹੁੰਦੇ ਨੇ ਜੀ, ਹੁਣ ਉਹ ਦਾਗ ਪੈ ਗਿਆ। ਹੁਣ ਦਾਗ ਨੂੰ ਮਿਟਾਉਣ ਵਾਸਤੇ ਹੁਣ ਤੁਸੀਂ ਜੋ ਮਰਜ਼ੀ ਆਪਣੀਆਂ ਦਵਾਈਆਂ ਇਸਤੇਮਾਲ ਕਰੀ ਜਾਓ ਆ ਕੇ, ਆੜ ਤੋੜ ਕਰੀ ਜਾਓ ਆ ਕੇ, ਠੀਕ ਹੈ, ਕਾਨੂੰਨੀ ਮਸ਼ੀਰ ਵੱਡੇ ਲੈ ਕੇ ਆਓ, ਏਦਾਂ ਕਰ ਲਓ। ਲੇਕਿਨ ਗੱਲ ਹੈ ਕਿ ਵੀ ਜੋ ਚੀਜ਼ ਸੀਗੀ ਚਲਦੀ ਪਈ ਹੈ ਸਮੇਂ ਤੇ ਨਾ ਕਰਨ ਵਾਸਤੇ ਹੋਇਆ ਕਿ। ਔਰ ਵੱਡੇ ਬਾਲ ਸਾਹਿਬ ਤਾਂ ਹਮੇਸ਼ਾ ਹੀ ਕੁਝ ਚੀਜ਼ਾਂ ਦੇ ਉੱਪਰ ਜਿਹੜੀ ਉਹ ਬਿਲਕੁਲ ਉਹਨਾਂ ਨੇ ਉਸ ਵਕਤ ਮੇਰੇ ਖਿਆਲ ਨਹੀਂ ਕੋਈ ਜ਼ਿਆਦਾ ਸਟੇਟਮੈਂਟ ਵੀ ਦਿੱਤੀ ਨਹੀਂ ਸੀ ਹੈਗੀ, ਜਿਹਦੇ ਕਰਕੇ ਉਹ ਬੜਾ ਚੁੱਪ ਰਹੇ, ਸ਼ਾਂਤ ਰਹੇ ਆ ਕੇ। ਔਰ ਜਿੰਨੀ ਕਿ ਅਕਾਲੀ ਦਲ ਦੀ ਸਰਕਾਰ ਹੋਣ ਦੇ ਬਾਵਜੂਦ ਵਾਕਈ ਤੁਹਾਡਾ ਸਵਾਲ ਬਹੁਤ ਵਧੀਆ ਕਿ ਰੈਲੇਵੈਂਸੀ ਸੀਗੀ, ਪੰਥਕ ਪਾਰਟੀ ਹੋਵੇ ਤੇ ਬੇਅਦਬੀ ਦਾ ਮਸਲਾ ਆ ਜਾਏ। ਔਰ ਮੈਨੂੰ ਤਾਂ ਅੱਜ ਤੱਕ ਇੰਟੈਲੀਜੈਂਸ ਤੋਂ ਹੀ ਪੁੱਛਦਾ ਅਫਸਰਾਂ ਨੂੰ, ਜਿਹੜੀ ਕਿ ਮੇਰੇ ਜ਼ਿਹਨ 'ਚ ਅੱਜ ਵੀ ਸਵਾਲ ਹੁੰਦਾ ਹੈ, ਜਦੋਂ ਉਹਨਾਂ ਨੇ ਕਹਿਤਾ ਕਿ ਅਸੀਂ ਲਾਤਾ ਪੋਸਟਰ ਅਸੀਂ ਬੇਅਦਬੀ ਕਰਾਂਗੇ ਆ ਕਰਾਂਗੇ ਆ ਕੇ, ਜਿਵੇਂ ਮੁਜਾਹਿਦੀਨ ਇੰਜਨ ਮੁਜਾਹਿਦੀਨ ਨੇ ਦਿੱਲੀ 'ਚ ਅਟੈਕ ਕੀਤਾ, ਰੋਕ ਸਕੇ ਤਾਂ ਰੋਕ ਲਓ। ਉਹਨਾਂ ਨੇ ਮੇਲ ਕੀਤਾ ਭਾਈ ਅੱਗੇ ਧਮਾਕੇ ਤੋਂ ਪਹਿਲਾਂ ਇਹਨਾਂ ਨੇ ਵੀ ਕੀਤਾ ਆ ਕੇ, ਬਿਲਕੁਲ ਉਹ ਆ ਕੇ ਧਮਾਕੇ ਤੋਂ ਪਹਿਲਾਂ ਕਰਤਾ ਹੈ ਕਿ ਵੀ ਜੇ ਤੁਸੀਂ ਜਿਹੜੀ ਹੈਗੀ ਆ ਵੀ ਅਸੀਂ ਕਰਾਂਗੇ ਆ ਕੇ, ਮਤਲਬ ਕਿ ਵੀ ਬੇਅਦਬੀ ਦਾ ਵੀ ਫਿਰ ਹੋਏਗਾ ਅੰਗ ਫਾੜੇ ਫਿਰ ਮਿਲ ਕੇ। ਇੱਥੇ ਇੰਟੈਲੀਜੈਂਸ ਫੇਲੀਅਰ ਹੋਈ, ਇਟ ਮੀਨਸ ਉਸਨੂੰ ਸੀਰੀਅਸ ਨਹੀਂ ਲਿਆ ਗਿਆ ਕਿ ਤੇ ਪ੍ਰੇਮੀ ਇਹ ਸ਼ੁਰੂ ਤੋਂ ਹੀ ਪ੍ਰੇਮੀਆਂ ਨੂੰ ਵੋਟ ਬੈਂਕ ਵਾਂਗੂ ਇਸਤੇਮਾਲ ਕੀਤਾ ਜੀ। ਇਹ ਸੋਚਦੇ ਸੀ ਕਿ ਵੀ ਅੱਜ ਵੀ ਮੈਂ ਨਾਮ ਲਵਾਂ ਸਿਆਸਤਦਾਨਾਂ ਦਾ, ਵੱਡੇ ਸਿਆਸਤਦਾਨ ਅੱਜ ਵੀ ਵੋਟ ਬੈਂਕ ਦੇ ਚੱਕਰ ਦੇ ਵਿੱਚ ਉਹ ਕਿਤੇ ਕਮੈਂਟ ਨਹੀਂ ਕਰਦੇ, ਅਜੇ ਵੀ ਕਿਤੇ ਨਾ ਕਿਤੇ ਸੌਫਟ
ਡੇਰੇ ਤਾਂ ਨਹੀਂ ਜਾਂਦੇ, ਲੇਕਿਨ ਉਹਨਾਂ ਨੂੰ ਡੇਰੇ ਦਾ ਪ੍ਰਬੰਧ ਉਹਨਾਂ ਦੇ ਇਲਾਕੇ ਵਿੱਚ ਹੈਗਾ, ਉਹਨੂੰ ਦੇਖਦੇ ਹੋਏ ਉਹ ਨਵਾਂ ਕਮੈਂਟ ਕਰਦੇ ਆ, ਕੁਝ ਵੀ ਆ ਕਿ ਆਫ ਦਾ ਰਿਕਾਰਡ ਹੀ ਅਸੀਂ ਉਹ ਮਦਦ ਕਰਦੇ ਨੇ। ਇਸ ਕਰਕੇ ਮੈਨੂੰ ਲੱਗਦਾ ਕਿ ਜਦੋਂ ਸਿਆਸਤਦਾਨ ਆਪਣੀ ਸਿਆਸਤ ਵੋਟ ਬੈਂਕ ਨੂੰ ਜਦੋਂ ਥੋੜਾ ਜਿਹਾ ਲਾਲਚ ਘਟਾਉਣਗੇ ਤੇ ਸ਼ਾਇਦ ਕਿਤੇ ਨਾ ਕਿਤੇ ਇਨਸਾਫ ਮਿਲਣ ਦੀ ਹੋਰ ਜਲਦੀ ਉਮੀਦ ਹੋ ਸਕਦੀ। ਪਹਿਲਾਂ ਕਿ ਮੈਂ ਵਿਰਕ ਸਾਹਿਬ ਕੋਲੇ ਜਾਵਾਂ, ਮੈਂ ਸੁਖਰਾਜ ਜੀ ਤੋਂ ਪੁੱਛਣਾ ਚਾਹੁੰਦਾ। ਸੁਖਰਾਜ ਜੀ, ਗੱਲ ਇਹ ਆ, ਐਡਾ ਵੱਡਾ ਡੇਰੇ ਨੂੰ ਡੈਂਟ ਪਿਆ ਹੋਵੇ, ਡੇਰੇ ਦਾ ਮੁਖੀ ਕਾਤਲ ਗਰਦਾਨਿਆ ਗਿਆ ਹੋਵੇ, ਮੁੱਖ ਸਾਜ਼ਿਸ਼ ਕਰਤਾ ਗਰਦਾਨਿਆ ਗਿਆ ਹੋਵੇ ਔਰ ਬਲਾਤਕਾਰੀ ਤੱਕ ਗਰਦਾਨਿਆ ਹੋਵੇ, ਪੈਰੋਲ ਤੇ ਆਵੇ ਤੇ ਉੱਥੇ ਛੇਬਰਾ ਲੱਗ ਜਾਣਾ ਡੇਰਿਆਂ ਦੇ ਵਿੱਚ। ਇੱਥੋਂ ਦੇ ਪੰਜਾਬ ਦੇ ਲੋਕ, ਖਾਸ ਕਰਕੇ ਸਿੱਖ ਵਰਗ ਦੇ ਲੋਕ ਉੱਥੇ ਛਾਲਾ ਮਾਰਦੇ ਜਾਂਦੇ ਹੋਣ, ਇਹਦੇ ਪਿੱਛੇ ਸਾਜ਼ਿਸ਼ ਕੀ ਹੈ ਔਰ ਇਹਦੇ ਪਿੱਛੇ ਸੋਚ ਕੀ ਹੈ ਤੇ ਇਰਾਦੇ ਕਿਹਦੇ ਨੇਕ ਨਹੀਂ ਹਨ? ਦੇਖੋ ਜੀ, ਦੋ ਰਾਹਾਂ ਜੀ, ਇਹਦੇ ਚ ਕੋਈ ਗੱਲਾਂ ਨਹੀਂ ਇਦਾਂ ਦੀਆਂ। ਡੇਰਾ ਪੰਜਾਬ ਨੂੰ ਦੇਣ ਉਹੀ ਪਾਰਟੀ ਦੀ ਹੈ ਜਿਹੜੀ ਅੱਜ ਚਲਾਨਾਂ ਦੇ ਵਿੱਚ ਨੋਮੀਨੇਟ ਹੋਈ ਹੈ, ਜਿਨ੍ਹਾਂ ਦੇ ਰਾਜ ਚ ਹੋਇਆ ਪੰਜਾਬ ਚ ਡੇਰਾ ਲੈ ਕੇ ਆਉਣ ਵਾਲੇ। ਉਹਨੂੰ ਉਹਦੇ ਚੋਂ ਗੁਰੂ ਗੋਬਿੰਦ ਸਿੰਘ ਜੀ ਹੋਣਾ ਦਾ ਸਰੂਪ ਦੇਖਣਾ ਵੀ ਇਹਨਾਂ ਦੀ ਪਾਰਟੀ ਦੀ ਦੇਣ ਆ। ਉਹਨੂੰ ਪੋਸ਼ਾਕ ਦੇਣੀ, ਉਹਦੇ ਮਨੋਬਲ ਨੂੰ ਹੋਰ ਉੱਚਾ ਚੱਕਣਾ, ਉਹਦੇ ਮਨਸੂਬਿਆਂ ਨੂੰ, ਉਹਦੇ ਕੀਤੇ ਹੋਏ ਗੁਨਾਹਾਂ ਤੇ ਪਰਦੇ ਪਾਉਣੇ, ਜਿਹਦੇ ਕਰਕੇ ਪੰਜਾਬ ਦਾ ਇਹ ਨੁਕਸਾਨ ਹੋਇਆ। ਬੇਅਦਬੀ ਤੱਕ ਦੀਆਂ ਘਟਨਾਵਾਂ ਪੰਜਾਬ 'ਚ ਹੋਈਆਂ। ਉਸ ਤੋਂ ਬਾਅਦ ਫਿਰ ਵੀ ਬੇਅਦਬੀ ਤੋਂ ਬਾਅਦ ਪੀਸਫੁਲ ਪ੍ਰੋਟੈਸਟ ਦੇ ਵਿੱਚ ਗੋਲੀਆਂ ਚਲਵਾਈਆਂ। ਸੋ ਇਹ ਸਿੱਧਾ ਉਸ ਸਮੇਂ ਦੀ ਸਰਕਾਰ ਜ਼ਿੰਮੇਵਾਰ ਹੈ ਜਿਹੜੀ ਪਿਛਲੇ 10 ਸਾਲ ਤੋਂ ਰਾਜ ਕਰਦੀ ਆ ਰਹੀ ਹੈ, ਤੇ 2007 ਤੋਂ ਤੁਸੀਂ ਚੈੱਕ ਕਰ ਲਓ ਇਹਨਾਂ ਦੇ ਮਨਸੂਬੇ ਕਿਵੇਂ ਵੱਡੇ ਹੋਏ ਆ। ਤਾਂ ਹੁਣ ਵੀ ਮੈਂ ਤੁਹਾਡੇ ਮਾਧਿਅਮ ਰਾਹੀਂ ਪ੍ਰਦੀਪ ਜੀ ਵਿੱਚ ਨੇ, ਇਹ ਦੂਸਰੇ ਆਪਣੇ ਸੀਨੀਅਰ ਪੱਤਰਕਾਰ ਜੀ ਸੁਖਬੀਰ ਸਿੰਘ ਜੀ ਇਹ ਵੀ ਦੱਸ ਸਕਦੇ ਨੇ, ਬਾਜਵਾ ਸਾਹਿਬ, ਅਸੀਂ ਇੱਕ ਰਿਕੁਐਸਟ ਕਰਦੇ ਹਾਂ ਕਿ ਪੂਰੇ ਪੰਜਾਬ ਦੀਆਂ ਸਮੁੱਚੀਆਂ ਧਿਰਾਂ ਨਹੀਂ ਇਸ ਚੀਜ਼ ਤੇ ਇਕੱਠੀਆਂ ਹੋ ਸਕਦੀਆਂ। ਸਾਡੀ ਬਹੁਤ ਵੱਡੀ ਤਰਾਸਦੀ ਹੈ ਕਿ ਅਸੀਂ ਇਕੱਠੇ ਹੋ ਕੇ ਇੱਕ ਸਰਕਾਰ ਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਹਿ ਸਕਦੇ ਵੀ ਇਹ ਜਿਹੜਾ ਸਾਡੀ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਹੋਵੇ, ਸਾਡੇ ਇਸ਼ਟ ਦੀ ਬੇਅਦਬੀ ਕਰਵਾਈ ਹੋਵੇ, ਉਸ ਬੰਦੇ ਨੂੰ ਤੁਸੀਂ ਇੱਕ ਪੰਜਾਬ ਦੇ ਵਿੱਚ ਫੇਰ ਕੂੜ ਪ੍ਰਚਾਰ ਦੇ ਲਈ ਜਗ੍ਹਾ ਦੇ ਰਹੇ ਹੋ, ਜਾਂ ਦਾ ਕੂੜ ਪ੍ਰਚਾਰ ਪੰਜਾਬ ਦੇ ਵਿੱਚ ਹੋਣ ਦਿੱਤਾ ਜਾ ਰਿਹਾ। ਇਹ ਸਿਰਫ ਇੱਕ ਬਿਆਨ ਸਾਰੇ ਲਾਉਂਦੇ ਆ। ਅਸੀਂ ਹੁਣ ਵੀ ਜਿੱਦੇ ਦਾ ਸਲਾਦਪੁਰੇ ਹੋਣਾ ਸੀਗਾ, ਤੁਸੀਂ ਦੇਖਿਆ ਹੋਣਾ ਕਿ ਅਕਾਲੀ ਦਲ ਦਾ ਬਿਆਨ ਬਹੁਤ ਵੱਡਾ ਆਇਆ ਸੀ ਕਿ ਬਾਜ ਆਵੇ, ਇਹਦੀ ਜਿਹੜੀ ਸਤਸੰਗ ਨਹੀਂ ਹੋਣ ਦਿੱਤੀ ਜਾਊਗੀ ਪੰਜਾਬ ਚੋਂ। ਤੇ ਜਿਹਦੇ ਚ ਆਪਾਂ ਓਪਨਲੀ ਇਹ ਕਿਹਾ ਸੀਗਾ ਜੇ ਅਕਾਲੀ ਦਲ ਇਹ ਚੀਜ਼ ਨੂੰ ਪਹਿਲ ਕਰਦਾ, ਇਹਦੀ ਸਤਸੰਗ ਰੋਕਣ ਦੇ ਲਈ ਕੋਈ ਐਫਰਟ ਕਰਦਾ, ਤੇ ਅਸੀਂ ਸਹਿਯੋਗ ਕਰਾਂਗੇ। ਪਰ ਤਰਾਸਦੀ ਇਹ ਗੱਲ ਦੀ ਹੈ ਕਿ ਇਹ ਸਿਰਫ ਬਿਆਨਾਂ ਤੱਕ ਹੀ ਸੀਮਤ ਰਹਿ ਗਿਆ, ਗਰਾਊਂਡ ਲੈਵਲ ਤੇ ਕੋਈ ਪ੍ਰੋਟੈਸਟ ਨਹੀਂ ਕੀਤਾ ਗਿਆ। ਅਸੀਂ ਫਿਰ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿੰਨਾ ਕੁ ਹੋਇਆ ਅਸੀਂ ਬੱਸਾਂ ਰੋਕੀਆਂ, ਬੱਸਾਂ ਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ, ਤੁਸੀਂ ਸ਼ਾਇਦ ਦੇਖਿਆ ਹੋਣਾ ਉਹ ਐਪੀਸੋਡ ਵੀਡੀਓ ਵਾਲਾ, ਜਿਹਦੇ ਚ ਅਸੀਂ ਪੁੱਛਿਆ ਸੀਗਾ ਕਿ ਭਾਈ ਤੁਹਾਡਾ ਬੰਦਾ ਜਿਹੜਾ ਜਿਹਦੇ ਮਗਰ ਤੁਸੀਂ ਲੱਗੇ ਫਿਰਦੇ ਹੋ ਕੀ ਉਹ ਬਲਾਤਕਾਰੀ ਨਹੀਂ ਆ? ਉਹਦੇ ਚ ਬੈਠੇ ਲੋਕ ਕਹਿੰਦੇ ਜੀ ਹੈਗਾ। ਜੇ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੀਆਂ ਜ਼ਮੀਰਾਂ ਮਰ ਗਈਆਂ, ਤੁਸੀਂ ਗੁਰੂ ਸਾਹਿਬ ਗਲੀਆਂ ਚ ਨੇ ਖਿਲਾਰਤਾ, ਇਹਦੇ ਬੰਦਿਆਂ ਨੇ ਖਿਲਾਰਿਆ, ਉਹ ਖੁਦ ਮੰਨੇ ਆ, ਸਾਡੇ ਸਾਹਮਣੇ ਇੱਥੇ ਮੰਨੇ ਆ, ਉਹਨਾਂ ਨੇ ਅੰਗ ਪਾੜਿਆ, ਤੇ ਕੀ ਤੁਸੀਂ ਫਿਰ ਵੀ ਉਹਨਾਂ ਦੇ ਮਗਰ ਲੱਗ ਰਹੇ ਹੋ? ਤਾਂ ਉਹਨਾਂ ਕੋਲ ਇਹ ਗੱਲਾਂ ਦੇ ਜਵਾਬ ਨਹੀਂ। ਐਟਲੀਸਟ ਸਾਡੀਆਂ ਸੰਸਥਾਵਾਂ ਨੂੰ ਵੀ ਚਾਹੀਦਾ, ਮੈਂ ਕਹਾਂਗਾ ਕਿ ਸ਼੍ਰੋਮਣੀ ਕਮੇਟੀ ਦਾ ਜੇ ਪ੍ਰਚਾਰ ਘਟ ਰਿਹਾ ਪਿੰਡਾਂ ਦੇ ਵਿੱਚ, ਉਹਨਾਂ ਨੇ ਜਿਹੜਾ ਵਰਗ ਇਹਨਾਂ ਨਾਲ ਜੁੜਿਆ ਉਹਨਾਂ ਨੂੰ ਨਹੀਂ ਸੰਭਾਲਿਆ, ਤਾਂ ਕਿਤੇ ਨਾ ਕਿਤੇ ਪੋਲੀਟੀਕਲ ਲੋਕਾਂ ਦੀ ਵੀ ਇਹ ਲੋੜ ਬਣੇ ਰਹੇ, ਕਿਉਂਕਿ ਇਹਨਾਂ ਕੋਲੇ ਵੋਟ ਪੋਲੀਟਿਕਸ ਸੀਗੀ, ਵੋਟਾਂ ਸੀਗੀਆਂ। ਇਹ ਵੋਟਾਂ ਦੀ ਰਾਜਨੀਤੀ ਦੇ ਵਿੱਚ ਪੋਲੀਟੀਕਲੀ ਚੁੱਪ ਰਹੇ ਆ। ਤੇ ਸਾਡੇ ਧਾਰਮਿਕ ਜਿਹੜੇ ਲੋਕ ਸੀਗੇ, ਜਿਹੜਾ ਨੇ ਜਿਹੜੀ ਸੰਸਥਾਵਾਂ ਲੋਕਾਂ ਨੂੰ ਸੰਭਾਲਣ ਦਾ ਕੰਮ ਕਰਦੀਆਂ ਸੀ, ਉਹਨਾਂ ਨੇ ਸਾਡੇ ਪਿੰਡਾਂ ਦੇ ਉਹ ਲੋਕ ਨਹੀਂ ਸੰਭਾਲੇ ਜਿਨ੍ਹਾਂ ਨੂੰ ਅਸਲ ਦੇ ਵਿੱਚ ਡੇਰੇ ਦੇ ਨਾਲ ਜੋੜਨ ਦਾ ਕਾਰਨ ਬਣਾਇਆ ਗਿਆ। ਜੇ ਇਹੀ SGPC ਵਰਗੀਆਂ ਸੰਸਥਾਵਾਂ ਇਹਨਾਂ ਦੀਆਂ ਲੋੜਾਂ ਦੀ ਪੂਰਤੀ ਕਰਦੀ ਰਹਿੰਦੀ ਸਮੇਂ-ਸਮੇਂ ਦੇ ਹਿਸਾਬ ਨਾਲ, ਜੋ ਡੇਰੇ ਨੇ ਆ ਕੇ ਪੂਰੀ ਕੀਤੀ ਆ, ਜਿਨ੍ਹਾਂ 'ਚ ਆ ਕੇ ਲੋਕ ਜੁੜੇ ਆ, ਤਾਂ ਇਹ ਕਿਤੇ ਨਾ ਕਿਤੇ ਇਹ ਫੇਲੀਅਰ ਸਾਡੇ ਆਪ ਦੇ ਲੋਕਾਂ ਦਾ ਰਿਹਾ। ਤਾਂ ਮੈਂ ਇਹੀ ਦਰਖਾਸਤ ਕਰਾਂਗਾ, ਲੋਕਾਂ ਨੂੰ ਬੇਨਤੀ ਕਰਾਂਗਾ, ਇਕੱਠੇ ਹੋ ਕੇ ਹਜੇ ਵੀ ਆਪਾਂ ਇਸ ਫੇਲੀਅਰ ਚੋਂ ਬਾਹਰ ਆ ਸਕਦੇ ਹਾਂ। ਇੱਕ ਏਦਾਂ ਦੇ ਪ੍ਰੋਗਰਾਮ ਵੀ ਕੀਤੇ ਜਾ ਸਕਦੇ ਆ, ਤੇ ਇਸ ਦੇ ਪ੍ਰਤੀ ਸਰਕਾਰ ਨੂੰ ਵੀ ਸਹਿਯੋਗ ਕੀਤਾ ਜਾ ਸਕਦਾ, ਉਹਨਾਂ ਨੂੰ ਦੱਸਿਆ ਜਾ ਸਕਦਾ ਕਿ ਭਾਈ ਇਹ ਪੰਜਾਬ 'ਚ ਨਹੀਂ ਹੋਣ ਦਿੱਤਾ। ਸੁਖਰਾਜ ਜੀ, ਸਵਾਲ ਤਾਂ ਮੇਰੇ ਹੋਰ ਵੀ ਬਹੁਤ ਸਾਰੇ ਆ, ਤੁਹਾਡੇ ਤੋਂ ਮੈਂ ਜਵਾਬ ਲੈਣੇ ਆ, ਪਰ ਇਸ ਤੋਂ ਪਹਿਲਾਂ ਮੈਂ ਵਿਰਕ ਸਾਹਿਬ ਤੋਂ ਪੁੱਛਣਾ ਚਾਹੁੰਦਾ। ਵਿਰਕ ਸਾਹਿਬ, ਇਸ ਕੇਸ ਦੇ ਵਿੱਚ ਜਿਹੜੇ ਡੇਰਾ ਫਾਲੋਅਰਸ ਜਿਹੜੇ ਅਕਿਊਜ਼ਡ ਨੇ, ਉਹ ਜਿਨ੍ਹਾਂ ਦੇ ਕਤਲ ਹੋਏ ਨੇ, ਕੀ ਉਹਨਾਂ ਦੇ ਕਤਲ ਵੀ ਸੂਬੇ ਤੋਂ ਟ੍ਰਾਇਲ ਬਾਹਰ ਜਾਣ ਦੀ ਵਜ੍ਹਾ ਬਣੇ? ਸਰ ਇੱਥੇ ਮੈਂ ਫਿਰ ਉਸੇ ਗੱਲ ਤੇ ਜਾਵਾਂਗਾ। ਪਹਿਲਾਂ ਤਾਂ ਸੁਖਰਾਜ ਜੀ ਦੀ ਗੱਲ ਤੇ ਮੈਂ ਟੋਟਲੀ ਸਹਿਮਤ ਹਾਂ
ਕਿ ਇਹੋ ਜਿਹੀ ਇੱਕ ਅਪੀਲ ਪਬਲਿਕ ਨੂੰ ਕਰਨੀ ਬਹੁਤ ਜ਼ਰੂਰੀ ਹੈ, ਜਿਹੋ ਜਿਹੀ ਇਹ ਸੁਜੈਸਟ ਕਰ ਰਹੇ ਹੈ, ਤਾਂ ਕਿ ਇਕੱਲਾ ਪੋਲੀਟੀਕਲ ਮੁੱਦਾ ਨਹੀਂ ਰਵੇ। ਐਕਚੁਅਲੀ ਅਸੀਂ ਇਸ ਚੀਜ਼ ਨੂੰ ਇਨਸਾਫ ਦਿਵਾਉਣ ਦੇ ਲਈ, ਕਿਉਂਕਿ ਇਨਸਾਫ ਸਿਰਫ ਇਹਨਾਂ ਨੂੰ ਨਹੀਂ, ਸਮੁੱਚੀ ਸਿੱਖ ਸੰਗਤ ਨੂੰ ਇਨਸਾਫ ਦਿਵਾਉਣ ਦੀ ਲੋੜ ਹੈ। ਔਰ ਗੁਰੂ ਸਾਹਿਬ ਜਿਹੜੇ ਸਾਡੇ ਅਸੀਂ ਮੰਨਦੇ ਆ, ਉਹ ਮੈਂ ਕਹਿੰਦਾ ਵੀ ਸਮੁੱਚੇ ਪੰਜਾਬ ਦੇ ਵਿੱਚ ਮੈਸੇਜ ਆਵੇ ਕਿਸੇ ਵੀ ਧਰਮ ਦੇ ਕਿਸੇ ਵੀ ਬੰਦੇ ਨੂੰ, ਮਤਲਬ ਅਜਿਹਾ ਕੰਮ ਕਰਨ ਤੋਂ ਪਹਿਲਾਂ ਉਹਨੂੰ ਪਤਾ ਲੱਗ ਮੈਸੇਜ ਆਵੇ। ਬਿਲਕੁਲ ਪੰਜਾਬ ਦੇ ਲੋਕਾਂ ਦਾ ਕੀ ਆਪਣੇ ਗੁਰੂ ਪ੍ਰਤੀ ਪਿਆਰ ਹੈ, ਕੀ ਇੱਜ਼ਤ ਹੈ, ਔਰ ਤੁਸੀਂ ਦੇਖੋਗੇ ਬਹੁਤ ਪੋਜ਼ਿਟਿਵ ਰਿਸਪੌਂਸ ਆਊਗਾ। ਮੈਂ ਆਪ ਸਪੋਰਟ ਕਰਦਾ ਕਿ ਕਿਹੋ ਜੀ ਅਪੀਲ ਕਰਨ ਦੀ ਇਹਨਾਂ ਨੂੰ ਬਹੁਤ ਲੋੜ ਹੈ, ਇਹਨਾਂ ਦੀ ਗੱਲ ਦੀ ਵੇਟੇਜ ਵੀ ਹੈ, ਬਹੁਤ ਜ਼ਰੂਰੀ ਚੀਜ਼ ਹੈ। ਰਹੀ ਗੱਲ ਜੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਬਾਕੀਆਂ ਦੀ ਟ੍ਰਾਇਲ ਟ੍ਰਾਂਸਫਰ ਹੋਵੇ ਜਾਂ ਬਾਕੀਆਂ ਦੇ ਕੇਸਿਸ ਦੀ ਕੋਈ ਚੀਜ਼ ਹੋਵੇ, ਜਾਂ ਦੇਖੋ ਗੱਲ ਇਹ ਹੁੰਦੀ ਹੈ, ਮੈਂ ਫਿਰ ਉਸੇ ਬੇਸਿਕ ਪੁਆਇੰਟ ਤੇ ਜਾਣਾ, ਤਫਤੀਸ਼ ਸਰਕਾਰਾਂ ਨੇ ਕਰਨੀ ਹੈ। ਕੋਰਟ ਦੇ ਵਿੱਚ ਕੇਸ ਬੇਸਿਕਲੀ ਸਰਕਾਰ ਨੇ ਲੜਨਾ ਹੁੰਦਾ। ਕੇਸ ਕੀ ਹੁੰਦਾ ਹੈ? ਸਰਕਾਰ ਬਨਾਮ ਸੋ ਐਂਡ ਸੋ। ਤੁਸੀਂ ਕੋਰਟ ਦੇ ਵਿੱਚ ਦੇਖੋਗੇ ਇਟ ਸਟੇਟ ਵਰਸਸ ਸੋ ਐਂਡ ਸੋ। ਤਾਂ ਇੱਕ ਪਾਸੇ ਦਾ ਸਰਕਾਰ ਹੈ ਹੀ ਹੈ। ਸੁਖਰਾਜ ਜੀ ਵੱਲੋਂ ਜੇ ਵਕੀਲ ਪੇਸ਼ ਹੋਏ ਹੈ ਕੋਰਟ ਦੇ ਵਿੱਚ, ਉਹਨਾਂ ਵਕੀਲਾਂ ਨੇ ਸਟੇ ਨਹੀਂ ਵੈਕੇਟ ਕਰਵਾਈ। ਜੀ ਸੱਚਾਈ ਹੈ ਸਰ। ਮੈਂ ਮਤਲਬ ਕਿਸੇ ਪਲੀਜ਼ ਵਕੀਲ ਤੇ ਮੈਂ ਕੋਈ ਐਲੀਗੇਸ਼ਨ ਨਹੀਂ ਲਾ ਰਿਹਾ, ਪਲੀਜ਼ ਇੱਕ ਗੱਲ ਸਮਝੋ, ਉਹਨਾਂ ਦਾ ਰਾਈਟ ਹੀ ਨਹੀਂ ਬਣਦਾ ਸਰ। ਸਰਕਾਰ ਜੇ ਚਾਹੁੰਦੀ ਸੀ ਕਿ ਸਟੇ ਕੰਟੀਨਿਊ ਹੋ ਜੇ, ਉਹ ਐਡਵੋਕੇਟ ਜਨਰਲ ਨਹੀਂ ਡਿਸਾਈਡ ਕਰ ਰਿਹਾ, ਸੀਐਮ ਸਾਹਿਬ ਦੀ ਮਰਜ਼ੀ ਸੀ। ਬਿਲਕੁਲ ਐਡਵੋਕੇਟ ਜਨਰਲ ਸੀਐਮ ਸਾਹਿਬ ਦੇ ਮਰਜ਼ੀ ਨਾਲ ਚੱਲਦਾ। ਸੋ ਜੇ ਤਾਂ ਹੀ ਇੱਕ ਪਾਰਟੀ ਨੇ ਸਟੇ ਦੇ ਲਈ ਕੀਤਾ, ਸਰਕਾਰ ਐਗਰੀ ਕਰ ਗਈ ਤੇ ਠੀਕ ਹੈ। ਹੁਣ ਮੈਂ ਇੰਨਾ ਜ਼ੋਰ ਲਾ ਲਿਆ, ਸੁਮੇਧ ਸੈਣੀ ਨੂੰ ਸਰਕਾਰ ਨੇ ਜੇ ਇੰਟਰਿਮ ਦੇਣੀ ਸੀ, ਮੈਂ ਤਾਂ ਉਹਦੀ ਭੱਜਣ ਦੀ ਸਟੇਜ ਲਿਆ ਸਕਦਾ ਸੀ, ਉਹ ਲਿਆਤੀ। ਸਰਕਾਰ ਨੇ ਨਹੀਂ ਅਰੈਸਟ ਕੀਤਾ, ਉਹ ਤਾਂ ਸਰਕਾਰ ਦੀ ਮਰਜ਼ੀ ਨਾ, ਜੋ ਮਰਜ਼ੀ ਬਹਾਨਾ ਮਾਰਨ ਜੀ, ਸਾਨੂੰ ਬੰਦਾ ਨਹੀਂ ਲੱਭ ਰਿਹਾ ਜੀ। ਉਸੇ ਤਰ੍ਹਾਂ ਇੱਥੇ ਵੀ ਕੇਸ ਤਾਂ ਅਲਟੀਮੇਟਲੀ ਸਰਕਾਰ ਨੇ ਕੋਰਟ ਦੇ ਵਿੱਚ ਲੜਨਾ ਹੈ ਨਾ। ਜਿੰਨਾ ਮਰਜ਼ੀ ਟਾਈਮ ਟਪਾ ਦੇਣ, ਤੁਸੀਂ ਟ੍ਰਾਇਲ ਟ੍ਰਾਂਸਫਰ ਕਰਵਾਓ, ਜੋ ਮਰਜ਼ੀ ਕਰਵਾਓ, ਅਖੀਰ ਦੇ ਵਿੱਚ ਗੱਲ ਇਹ ਹੈ, ਮੈਂ ਇੱਥੇ ਵਰਡ ਇਹ ਕਹਾਂਗਾ ਸਾਨੂੰ, ਕਿਉਂਕਿ ਅਸੀਂ ਸਾਰੇ ਉਸ ਇੱਕ ਡਿਜ਼ਾਇਰ ਵੱਲ ਚੱਲੇ ਹਾਂ। ਇੱਕ ਸਾਨੂੰ ਸਾਰਿਆਂ ਨੂੰ ਇਨਸਾਫ ਚਾਹੀਦਾ, ਕਿਉਂਕਿ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ। ਸਾਡੇ ਲਈ ਉਹ ਗੁਰੂ ਨੇ, ਸਾਡੀ ਜ਼ਿੰਦਗੀ ਦਾ ਰਾਹ ਉਹਨਾਂ ਨੇ ਦਿਖਾਇਆ ਹੋਇਆ ਹੈ। ਉਹ ਦੁਨੀਆ ਦੇ ਵਿੱਚ ਜਿੱਥੇ ਵੀ ਸਿੱਖ ਵਸ ਰਹੇ ਹੈ ਜਾਂ ਪੰਜਾਬੀ ਵਸ ਰਹੇ ਹੈ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ, ਉਹਨਾਂ ਦੇ ਲਈ ਇੱਕ ਜ਼ਰੂਰੀ ਚੀਜ਼ ਹੈ। ਸਾਨੂੰ ਸਾਰਿਆਂ ਨੂੰ ਆਹ ਚੀਜ਼ ਰਿਅਲਾਈਜ਼ ਕਰਨੀ ਚਾਹੀਦੀ ਹੈ ਕਿ ਸਰਕਾਰ ਨੂੰ ਅਸਲੀ ਜਾਗਰੂਕ ਕਰਾਉਣਾ ਹੈ। ਇਹ ਪੋਲੀਟੀਕਲ ਮੁੱਦਾ ਹੈ ਔਰ ਇਹ ਪੋਲੀਟੀਕਲੀ ਬਣਿਆ ਰਹੂਗਾ। ਸਾਡੀ ਫੀਲਿੰਗਸ ਦੇ ਨਾਲ ਸਰਕਾਰਾਂ ਖੇਡ ਚੱਲੀਆਂ, ਸਾਨੂੰ ਇਸ ਚੀਜ਼ ਨੂੰ ਰੋਕਣਾ ਹੈ। ਜਾਗਰੂਕਤਾ ਤੋਂ ਇਲਾਵਾ ਪ੍ਰੈਸ਼ਰ ਬਣਾਉਣ ਦੀ ਲੋੜ ਹੈ ਕਿ ਸਾਨੂੰ ਇਨਸਾਫ ਦਿਵਾਓ। ਡੇ ਟੂ ਡੇ ਟ੍ਰਾਇਲ ਕਰੋ, ਜਿੱਥੇ ਮਰਜ਼ੀ ਟ੍ਰਾਇਲ ਟ੍ਰਾਂਸਫਰ ਕਰੋ, ਪਰ ਡੇ ਟੂ ਡੇ ਕਰਕੇ ਖਤਮ ਕਰੋ। ਤੁਹਾਡਾ ਕਹਿਣ ਤੋਂ ਭਾਵ ਇਹ ਹੈ ਵੀ ਹਾਲਾਤ ਅਜਿਹੇ ਮਜਬੂਰੀ ਬਸ ਬਣਾ ਦੇਣੇ ਚਾਹੀਦੇ ਸੀ ਕਿ ਕੋਈ ਵੀ ਸਮੇਂ ਦੀ ਹਾਕਮ ਧਿਰ ਹੁੰਦੀ ਤੇ ਉਹਨੂੰ ਇਹ ਗਲੇ ਦੀ ਹੱਡੀ ਉਹਦੀ ਬਣ ਜਾਣੀ ਚਾਹੀਦੀ ਹੈ ਵੀ ਉਹਨੂੰ ਹੋਵੇ ਤੇ ਅਸੀਂ ਹੱਲ ਕਰਾਈਏ। ਪਰ ਬਾਜਵਾ ਸਾਹਿਬ ਪੋਲੀਟੀਕਲੀ ਰੱਖਣ ਦੀ ਬਜਾਏ ਜੇ ਆਪਾਂ ਇੱਕ ਮਤਲਬ ਐਸਟ ਦੇ ਨਾਲ ਜਾਂ ਇੱਕ ਭਾਵਨਾ ਦਾ ਮੁੱਦਾ ਰੱਖ ਕੇ ਚੱਲਦੇ, ਤਾਂ ਇਹ 'ਚ ਮੈਂ ਕਹਾਂਗਾ ਕਿ ਸਾਰਿਆਂ ਪੋਲੀਟੀਕਲ ਧਿਰਾਂ ਨੂੰ ਸਹਿਯੋਗ ਕਰਨ ਦੀ ਲੋੜ ਆ, ਕਿਉਂਕਿ ਐਸਟ ਦੀ ਬੇਅਦਬੀ ਦੀ ਗੱਲ ਆਉਂਦੀ ਆ, ਨਾ ਕਿ ਕਿਸੇ ਇੱਕ ਬੰਦੇ ਦੀ ਠੇਸ ਦੀ ਗੱਲ ਆਉਣੀ। ਹਾਂ ਨਹੀਂ, ਇਹ ਵੀ ਗੱਲ ਹੈ ਨਾ ਵੀ ਇਹਦੇ ਵਿੱਚ ਸੋਚਣ ਦੀ ਵੀ ਗੱਲ ਆਉਂਦੀ ਹੈ ਵੀ ਕਿਸੇ ਬੰਦੇ ਦੇ ਅੰਦਰ ਇੰਨਾ ਹੀਆ ਕਿੱਥੋਂ ਪੈਦਾ ਹੋ ਜਾਂਦਾ ਹੈ ਕਿ ਜਿਸ ਗੁਰੂ ਨੂੰ ਜਿਹੜਾ ਹੈਗਾ ਹਾਜ਼ਰ ਨਾਜ਼ਰ ਗੁਰੂ ਮੰਨਿਆ ਹੋਵੇ, ਤੇ ਤੁਸੀਂ ਉਹ ਪੰਥਕ ਸਰਕਾਰ ਦੇ ਰਜੀਮ ਅੰਦਰ ਪੋਸਟਰ ਲਾ ਕੇ ਸ਼ਰੇਆਮ ਤੁਸੀਂ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਔਰ ਚੈਲੰਜ ਕਰਕੇ ਇਹ ਜਿਹਾ ਕੰਮ ਕਰੋ, ਇਹ ਵੀ ਬਹੁਤ ਵੱਡਾ ਫੇਲੂਰ ਹੈ। ਪਰ ਇੱਕ ਗੱਲ ਇਹ ਹੈ ਵੀ ਜਿੱਥੇ ਸ਼ਰਧਾ ਦੀ ਗੱਲ ਆਉਂਦੀ ਹੈ, ਜਿੱਥੇ ਇਕੱਠ ਦੀ ਗੱਲ ਆਉਂਦੀ ਹੈ, ਇਕੱਠੇ ਹੋਣ ਦੀ ਗੱਲ ਆਉਂਦੀ ਹੈ। ਬਾਜਵਾ ਸਾਹਿਬ ਮੇਰੀ ਆਵਾਜ਼ ਆ ਰਹੀ ਹੈ? ਸ਼ਾਇਦ ਬਾਜਵਾ ਸਾਹਿਬ ਇਸ ਵੇਲੇ ਆਵਾਜ਼ ਉਹਨਾਂ ਤੱਕ ਨਹੀਂ ਪਹੁੰਚ ਰਹੀ, ਪਰ ਖੈਰ ਸੁਖਰਾਜ ਜੀ ਗੱਲ ਇਹ ਤੁਰਦੀ ਹੈ ਕਿ ਮੋਰਚੇ ਵਾਲੇ ਵੀ ਇਕੱਠੇ ਨਹੀਂ ਰਹੇ ਹੈਗੇ। ਪ੍ਰੈਸ਼ਰ ਦਾ ਤਾਂ ਪੈਂਦਾ ਜੇ ਸਾਰੇ ਇਕੱਠੇ ਹੁੰਦੇ, ਉਹ ਵੀ ਸਮੇਂ ਨਾਲ ਲੋਕ ਟੁੱਟਦੇ ਗਏ, ਵੱਖਰੇਵੇਂ ਪੈਦਾ ਹੁੰਦੇ ਗਏ। ਅਜਿਹਾ ਕਿਉਂ ਹੋਇਆ, ਜਾਂ ਇਹ ਸਮੇਂ ਦੀ ਚਾਲ ਹੈ? ਨਹੀਂ, ਮੈਂ ਤੁਹਾਨੂੰ ਇਹਦੇ 'ਚ ਆਪਾਂ ਅੱਜ ਇੱਕ ਟਾਈਮ ਵੀ ਹੈਗਾ ਤੇ ਸਵਾਲ ਵੀ ਬਹੁਤ ਵਧੀਆ। ਤੁਸੀਂ ਕਿਹਾ ਮੋਰਚੇ ਵਾਲੇ ਇਕੱਠੇ ਨਹੀਂ ਰਹੇ, ਅਸੀਂ ਇਹ ਚੀਜ਼ ਨੂੰ ਮੰਨਦੇ ਹਾਂ। ਤੁਸੀਂ ਦੇਖੋ ਵੀ 2018 ਦਾ ਜਿਹੜਾ ਮੋਰਚਾ ਲੱਗਿਆ ਸੀ, ਇੱਕ ਵੇਵ 2015 ਤੋਂ ਪੰਜਾਬ ਦੇ ਲੋਕਾਂ ਦੇ ਵਿੱਚ ਚੱਲੀ ਸੀ, ਜਿਹਦੇ 'ਚ ਲੋਕਾਂ ਦਾ ਦਰਦ ਸੀਗਾ, ਇੱਕ ਸੈਂਟੀਮੈਂਟਲ ਜੁੜੇ ਸੀਗੇ ਕਿ ਬੇਅਦਬੀ ਹੋਈ ਆ ਸਾਡੇ ਐਸਟ ਦੀ, ਜਿਹਦੇ ਕਰਕੇ ਲੋਕਾਂ ਨੇ ਇਕੱਠ ਦਿਖਾਏ। ਨੋ ਡਾਊਟ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ, ਪਰ ਤਰਾਸਦੀ ਸਾਡੀ ਲੀਡਰਸ਼ਿਪ ਤੇ ਆ ਕੇ ਰੁਕੀ ਆ। ਜੇ 2018 1 ਜੂਨ 2018 ਨੂੰ ਮੋਰਚਾ ਬਰਗਾੜੀ 'ਚ ਸਟਾਰਟ ਹੁੰਦਾ ਜੀ, ਤਾਂ ਦਸੰਬਰ 'ਚ ਜੇ ਉਹ ਚੱਕਿਆ ਜਾਂਦਾ ਤਾਂ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਚੱਕਿਆ ਜਾਂਦਾ, ਸਹਿਮਤੀ ਤੋਂ ਬਿਨਾਂ ਚੱਕਿਆ ਜਾਂਦਾ, ਲੋਕਾਂ ਨੂੰ ਪੁੱਛਿਆ ਨਹੀਂ ਜਾਂਦਾ। ਲੋਕਾਂ ਨੇ ਇਕੱਠ ਕੀ ਕੀਤੇ ਆ, 40-40 ਕਿਲੋਮੀਟਰ ਦੇ ਜਾਮ ਲਾ ਦਿੱਤੇ ਆ ਲੋਕਾਂ ਨੇ, ਮਤਲਬ ਆਪ ਮੁਹਾਰੇ ਆਏ ਆ। ਲੋਕਾਂ ਨੇ ਪੋਲੀਟੀਕਲੀ ਧਿਰਾਂ ਨੂੰ ਨਕਾਰਿਆ, ਕੈਪਟਨ ਸਾਹਿਬ ਤੇ
ਬਾਦਲ ਸਾਹਿਬ ਨੇ ਰੈਲੀ ਰੱਖੀ ਸੀਗੀ ਜਿਹੜੀ ਪਟਿਆਲੇ 'ਚ, ਕੈਪਟਨ ਹੋਣਾ ਨੇ ਰੱਖੀ ਸੀ ਲੰਬੀ ਦੇ ਵਿੱਚ, ਤਾਂ ਉਧਰੋਂ 7 ਅਕਤੂਬਰ ਦਾ ਇੱਕ ਇਕੱਠ ਰੱਖਿਆ ਸੀ ਪੰਥਕ ਜਥੇਬੰਦੀਆਂ ਨੇ ਮੋਰਚੇ ਦੇ ਵਿੱਚ, ਜਿਹੜਾ ਮੈਂ ਕਹੂੰਗਾ ਮੇਰੀ ਉਮਰ ਦਾ ਇੱਕ ਵੱਡਾ ਇਕੱਠ ਹੋਇਆ, ਜਿਹਦੇ 'ਚ ਲੱਖਾਂ ਦੇ ਹਿਸਾਬ ਨਾਲ ਬੰਦਾ ਆਇਆ ਸੀ ਤੇ ਪਤਾ ਨਹੀਂ ਲੱਗਿਆ ਸੀ ਕਿੱਥੋਂ ਆਇਆ ਸੀ। ਸੋ ਉਹ ਇੱਕ ਲੋਕਾਂ ਦਾ ਦਰਦ ਸੀ, ਭਾਵਨਾ ਸੀ। ਸਾਨੂੰ 440 ਦਿਨ ਕਿਉਂ ਬੈਠਣਾ ਪਿਆ? ਸਾਡੀ ਲੀਡਰਸ਼ਿਪ ਨੇ ਸਾਡੇ ਲੋਕਾਂ ਦਾ ਇਸ ਮਸਲੇ ਤੋਂ ਨੱਕ ਮੋੜਿਆ, ਸਾਡੀ ਲੀਡਰਸ਼ਿਪ ਨੇ ਸਾਡੇ ਲੋਕਾਂ ਦੇ ਮਨੋਬਲ ਨੂੰ ਡਿੱਗ ਗਿਆ, ਕਿਉਂਕਿ ਜਦੋਂ ਸਿਖਰਾਂ ਤੇ ਜਾ ਕੇ ਸਾਨੂੰ ਇਸ ਮਸਲੇ ਦੇ ਹੱਲ ਦੇ ਕੋਲੇ ਪਹੁੰਚ ਕੇ ਨਿਰਾਸ਼ਾ ਮਿਲੇ ਤਾਂ ਫਿਰ ਅਸੀਂ ਉਹ 'ਚ ਦੁਬਾਰਾ ਮੂੰਹ ਨਹੀਂ ਕਰਾਂਗੇ। ਸੋ ਬਰਗਾੜੀ ਇੱਕ ਇਹੋ ਜਿਹਾ ਇਸ਼ੂ ਬਣ ਕੇ ਰਹਿ ਗਿਆ ਸੀ ਲੋਕਾਂ ਦੀ ਨਿਗਾਹ ਦੇ ਵਿੱਚ, ਬਈ ਇਸ ਮਸਲੇ ਦਾ ਇਨਸਾਫ ਮਿਲਣਾ ਹੀ ਨਹੀਂ, ਇਸ ਮਸਲੇ ਤੇ ਹੱਲ ਹੋਣਾ ਹੀ ਨਹੀਂ। ਸੋ ਜਿਹਦੇ ਕਰਕੇ ਅੱਜ 440 ਦਿਨ ਆਪਾਂ ਬੈਠੇ, ਲੋਕਾਂ ਦਾ ਸਹਿਯੋਗ ਰਿਹਾ, ਗੱਲ ਪੂਰੀ ਕਰ ਲੈਂਦੇ, ਲੋਕਾਂ ਦਾ ਸਹਿਯੋਗ ਰਿਹਾ, ਪਰ ਲੋਕ ਇੱਕ ਸਹਿਯੋਗ ਦੇ ਨਾਲ ਗੱਲ ਕਹਿੰਦੇ ਸੀ, ਦੇਖਿਓ ਕਿਤੇ ਯਾਰ ਜਿਹੜੀਆਂ ਮੰਗਾਂ ਨੂੰ ਲੈ ਕੇ ਬੈਠੇ ਹੋ ਬਰਗਾੜੀ ਵਾਲੀ ਨਾ ਕਰਿਓ। ਅਸੀਂ ਕਿਹਾ ਸੀ ਵੀ ਦੋਨੇ ਕੇਸਾਂ ਦੇ ਮਾਸਟਰਮਾਈਂਡ, ਕਿਉਂਕਿ ਪ੍ਰਦੀਪ ਜੀ ਜਾਣਦੇ ਨੇ ਜਿਹੜਾ ਕੇਸ ਕੋਰਟ ਦੇ ਵਿੱਚੋਂ ਰੁਕਿਆ ਸੀ ਉਹਦਾ ਇੱਕੋ ਇੱਕ ਕਾਰਨ ਸੀ, ਕੋਰਟ ਦੀ ਡਾਇਰੈਕਸ਼ਨ ਮੁਤਾਬਕ ਇਹ ਆਇਆ ਸੀਗਾ ਆਰਡਰ ਕਿ ਦੋਨੇ ਕੇਸ ਇਕੱਠੇ ਚੱਲਣੇ ਆ, ਬਹਿਬਲ ਤੇ ਕੋਟਕਪੂਰਾ ਗੋਲੀकांड ਦੇ, ਤੇ ਦੋਨੇ ਚੱਲਣਗੇ ਵੀ ਤਾਂ। ਮੁਆਫੀ ਚਾਹੁੰਦਾ ਸੁਖਰਾਜ ਜੀ, ਗੱਲ ਇਹ ਵੀ ਹੁੰਦੀ ਹੈ ਕਿ ਸੁਖਰਾਜ ਨੂੰ ਆਪ ਅਗਵਾਈ ਨਹੀਂ ਸੀ ਕਰਨੀ ਚਾਹੀਦੀ, ਸੁਖਰਾਜ ਦੇ ਪਿੱਛੇ ਤਾਂ ਪੰਥ ਖੜਾ ਸੀ। ਨਹੀਂ, ਪੰਥ ਹੀ ਖੜਾ, ਮੈਂ ਸੁਖਰਾਜ ਨੇ ਅਗਵਾਈ ਕਦੋਂ ਕੀਤੀ ਆ ਜੀ? ਸਿੱਖ ਸੰਗਤਾਂ ਨੇ ਅਗਵਾਈ ਕੀਤੀ ਆ। ਸੁਖਰਾਜ ਅਗਵਾਈ ਤਾਂ ਕਰਦਾ ਨਾ ਜੇ ਮਤਲਬ ਟੇਬਲ ਟਾਕ ਕਿਤੇ ਨਾ ਇਕੱਲਾ ਸੁਖਰਾਜ ਕਰਨ ਗਿਆ ਹੁੰਦਾ। ਅਸੀਂ ਤਾਂ ਗੱਲ ਹੀ ਇਹ ਰੱਖੀ ਆ ਵੀ ਜੇ ਟੇਬਲ ਟਾਕ ਸਰਕਾਰ ਨਾਲ ਕਿਹੜੀ ਗੱਲ ਦੀ, ਸਾਡੇ ਤਾਂ ਸਿੰਪਲ ਜਿਹਾ ਫੰਡਾ ਵੀ ਸਾਡੇ ਚਲਾਨ ਪੇਸ਼ ਕਰੋ, ਅਗਲੀ ਲੜਾਈ ਜਿਹੜੀ ਫਿਰ ਸਾਨੂੰ ਅਦਾਲਤ 'ਚ ਲੜਨੀ ਪੈਣੀ ਆ। ਇਹ ਤਾਂ ਚਲਾਨ ਪੇਸ਼ ਹੋਣ ਤੱਕ ਹੀ 440 ਦਿਨ ਦਾ ਸਮਾਂ ਲੱਗਿਆ। ਮੇਰੇ ਨਾ ਜ਼ਿਹਨ ਚੋਂ ਨਿਕਲ ਨਾ ਜਾਵੇ, ਮੈਂ ਮਾਫੀ ਚਾਹੁੰਦਾ, ਮੇਰੇ ਜ਼ਿਹਨ ਚੋਂ ਨਿਕਲ ਨਾ ਜਾਵੇ, ਮੇਰੇ ਨਾਲ ਇੱਕ ਸਵਾਲ ਹੈ, ਮੈਂ ਵਿਰਕ ਸਾਹਿਬ ਨੂੰ ਪੁੱਛਣਾ ਚਾਹੁੰਦਾ। ਵਿਰਕ ਸਾਹਿਬ, ਸ਼ਹਿਰੀ ਇਕਾਈ ਹੈ ਜਿਹੜੀ, ਮਤਲਬ ਸ਼ਹਿਰੀ ਵਰਗ ਹੈ, ਉਹਦੀ ਕੋਈ ਇੱਕ ਕਲਾਸ ਇਦਾਂ ਦੀ ਹੈ, ਇੱਕ ਲੌਬੀ ਹੈ, ਆਪਣੇ ਆਪ ਨੂੰ ਕਹਿੰਦੇ ਆ ਕਿ ਵੀ ਆਰ ਦੀ ਇੰਟੈਲੈਕਚੁਅਲਸ। ਸੋ ਉਹ ਕਹਿੰਦੇ ਆ ਕਿ ਪੰਜਾਬ ਦਾ ਨੁਕਸਾਨ ਕਰਨ ਲਈ ਹਮੇਸ਼ਾ ਜਦੋਂ ਵੀ ਚੋਣਾਂ ਆਈਆਂ ਨੇ, ਚੋਣਾਂ ਤੋਂ ਪਹਿਲਾਂ ਪੰਜਾਬ ਦੇ ਅੰਦਰ ਫਿਰਕੂ ਰੰਗਤ ਨੇ ਹਰ ਵਾਰ ਕੋਈ ਨਵਾਂ ਮੋੜ ਲਿਆ ਤੇ ਪੰਜਾਬ ਦੇ ਜਿਹੜੇ ਅਸਲ ਮੁੱਦੇ ਆ ਉਹ ਹਮੇਸ਼ਾ ਨਜ਼ਰਅੰਦਾਜ਼ ਹੋ ਗਏ ਹੈ, ਚਾਹੇ ਉਹ ਚੰਡੀਗੜ੍ਹ ਦੀ ਗੱਲ ਹੋਵੇ, ਪਾਣੀ ਦੀ ਗੱਲ ਹੋਵੇ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੋਵੇ। ਤੁਸੀਂ ਇਹਨਾਂ ਗੱਲਾਂ ਨਾਲ ਇਤਫਾਕ ਰੱਖਦੇ ਹੋ? ਸਰ, ਇੱਕ ਸੋਚਣ ਵਾਲੀ ਗੱਲ ਹੈ, ਇੰਟੈਲੈਕਚੁਅਲਸ ਨੇ ਕਮਰੇ 'ਚ ਬੈਠ ਕੇ ਬੋਲ ਰਹੇ ਆ, ਉਹ ਫੀਲਡ ਦੇ ਵਿੱਚ ਕੀ ਕਰ ਰਹੇ? ਉਹਨਾਂ ਨੂੰ ਕਹੋ ਜੀ ਫੀਲਡ 'ਚ ਆ ਕੇ ਗੱਲ ਕਰੋ ਨਾ, ਸਾਡੇ ਸਾਹਮਣੇ ਸਾਬਿਤ ਕਰ ਦਿਓ, ਪਬਲਿਕ ਤੁਹਾਡੇ ਮਗਰ ਆ ਜਾਊਗੀ। ਸੁਖਰਾਜ ਜੀ ਧਰਨੇ ਤੇ ਕਿਉਂ ਬੈਠੇ ਨੇ? ਇਨਸਾਫ ਮੰਗਣ ਲਈ ਬੈਠੇ ਆ ਨਾ, ਫੀਲਡ ਦੇ ਵਿੱਚ ਗੱਲ ਕਰ ਰਹੇ ਆ ਨਾ। ਅਸੀਂ ਕੇਸ ਲੜ ਰਹੇ ਹਾਂ, ਅਸੀਂ ਕਚਹਿਰੀ ਦੇ ਵਿੱਚ, ਸਾਡਾ ਫੀਲਡ ਕਚਹਿਰੀ ਹੈ ਤੇ ਅਸੀਂ ਉੱਥੇ ਉਤਰ ਕੇ ਲੜ ਰਹੇ ਹਾਂ। ਉਸੇ ਤਰ੍ਹਾਂ ਜੇ ਕੋਈ ਇੰਟੈਲੈਕਚੁਅਲ ਕਿਤੇ ਹਰ ਵਾਰੀ ਗੱਲ ਕਰ ਰਿਹਾ, ਉਹ ਇੰਟੈਲੈਕਚੁਅਲ ਨੂੰ ਕਹੋ ਜ਼ਰਾ ਮੈਦਾਨ 'ਚ ਆ ਕੇ ਆਪਦੀ ਗੱਲ ਪ੍ਰੂਵ ਕਰ ਲਵੇ, ਅਸੀਂ ਮੰਨ ਲਾਂਗੇ। ਹਵਾਈ ਗੱਲਾਂ ਤੇ ਤਾਂ ਦੇਖੋ ਜਾਣਾ ਠੀਕ ਨਹੀਂ ਹੈ। ਅੱਜ ਸੁਖਰਾਜ ਜੀ ਜੇ ਇਕੱਲੇ ਚੱਲ ਰਹੇ ਹੁੰਦੇ ਗੱਲ ਵੱਖਰੀ ਸੀ, ਅੱਜ ਪੂਰੀ ਸਿੱਖ ਸੰਗਤ ਉਹਨਾਂ ਦੇ ਨਾਲ ਹੈ। ਤੋ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਨੂੰ ਮਾਈਂਡ 'ਚ ਰੱਖਣਾ ਹੈ ਕਿ ਅਸੀਂ ਜੋ ਮਰਜ਼ੀ ਕਹੀਏ, ਅਖੀਰ ਦੇ ਵਿੱਚ ਜੇ ਇਨਸਾਫ ਨਹੀਂ ਮਿਲਿਆ, ਇੱਕ ਮੋਰਚਾ 8 ਸਾਲ ਚੱਲ ਗਿਆ, ਇਹ ਵੀ ਬਹੁਤ ਵੱਡੀ ਗੱਲ ਹੈ। ਔਰ ਅਜੇ ਵੀ ਇਨਸਾਫ ਨਹੀਂ ਉਹਨਾਂ ਨੂੰ ਮਿਲ ਰਿਹਾ, ਇਹ ਇੱਕ ਖਤਰਨਾਕ ਸਾਈਨ ਹੈ ਕਿ ਸਰਕਾਰਾਂ ਨੇ ਅਜੇ ਵੀ ਉਸ ਚੀਜ਼ ਨੂੰ ਇੱਕ ਪੋਲੀਟੀਕਲ ਸਾਈਡ ਤੇ ਰੱਖਿਆ ਹੋਇਆ ਹੈ, ਇਨਸਾਫ ਦਿਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੋਈ। ਇਹ ਇਸ ਚੀਜ਼ ਨੂੰ ਬਿਲਕੁਲ ਇੱਥੋਂ ਇੱਕ ਗੱਲ ਹੋਰ ਵੀ ਹੈ ਕਿ ਸਬਰ ਦੀ ਪ੍ਰੀਖਿਆ ਹੋਰ ਕਿੰਨੀ ਕੁ ਲੈਣੀ ਹੈ, ਇਮਤਿਹਾਜ਼ ਦਾ ਮੰਜ਼ਰ ਹੋਰ ਕਿੰਨਾ ਕੁ ਵੇਖਣਾ ਹੈ, ਇਹ ਜਿਹੜੀ ਹੈ ਸਰਕਾਰਾਂ ਨੂੰ ਵੇਖ ਲੈਣਾ ਚਾਹੀਦਾ ਹੈ। ਇਹਦੇ ਵਿੱਚ ਨੁਕਸਾਨ ਦੋਵੇਂ ਧਿਰਾਂ ਦਾ ਹੁੰਦਾ ਹੈ, ਖਾਸ ਕਰਕੇ ਆਮ ਲੋਕਾਂ ਦਾ ਹੁੰਦਾ ਹੈ। ਸੋ ਸਮੇਂ ਸਿਰ ਜੇਕਰ ਇਨਸਾਫ ਦੇਣਾ ਹੈ ਔਰ ਜੇ ਉਹ ਸਮੇਂ ਸਿਰ ਦੇ ਦਿੱਤਾ ਜਾਵੇ, ਮੈਨੂੰ ਲੱਗਦਾ ਕਿ ਉਹ ਜ਼ਿਆਦਾ ਫਾਇਦੇਮੰਦ, ਕਿਫਾਇਤੀ ਤੇ ਰੈਲੀਵੈਂਟ ਰਹਿੰਦਾ। ਅਦਰਵਾਈਜ਼ ਉਹ ਨਹੀਂ, ਹਰ ਧਿਰ ਨੂੰ ਤੇ ਹਰ ਪੱਖ ਨੂੰ ਉਹ ਤੰਗ ਕਰਦਾ ਹੀ ਹੈ। ਤੇ ਤੁਸੀਂ ਸਮਾਂ ਕੱਢਿਆ ਜੀ, ਸਾਡੇ ਨਾਲ ਜੁੜੇ। ਸੁਖਰਾਜ ਜੀ ਤੁਹਾਡਾ ਵੀ ਤੇ ਪ੍ਰਦੀਪ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਗੱਲਬਾਤ ਉਹਨਾਂ ਕੇਸਿਸ ਦੀ ਜਿਨ੍ਹਾਂ ਦੇ ਟਰਾਇਲ ਬਾਹਰ ਸ਼ਿਫਟ ਕੀਤੇ ਗਏ, ਉਹਨਾਂ ਨੂੰ ਲੈ ਕੇ ਤੇ ਕਿਸ ਤਰੀਕੇ ਦੇ ਜਿਹੜੀ ਸੋਚ ਸਮਝ ਬਣਦੀ ਹੈ ਔਰ ਇਸ ਕੇਸ ਨੂੰ ਲੈ ਕੇ ਕਿਹੋ ਜੀ ਰਾਜਨੀਤੀ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਲੋਕਾਂ ਦੇ ਹਾਵ ਭਾਵਾਂ ਨਾਲ ਹੁੰਦੀ ਰਹੀ ਹੈ, ਉਹ ਤੇ ਗੱਲਬਾਤ ਕੀਤੀ ਹੈ। ਬਾਕੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ, ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਆ।
ਤੇ ਤੁਹਾਡੇ ਹਰ ਤਰ੍ਹਾਂ ਦੇ ਵਿਚਾਰ ਸਾਡੇ ਸਿਰ ਮੱਥੇ ਕਬੂਲ ਹੋਣਗੇ। ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ, ਭਲਕੇ ਕਿਸੇ ਹੋਰ ਮੁੱਦੇ ਨਾਲ ਰੂਬਰੂ ਹੋਵਾਂਗੇ। ਧੰਨਵਾਦ, ਸਤਿ ਸ੍ਰੀ ਅਕਾਲ।